ਭਾਰਤੀ ਜਨਤਾ ਪਾਰਟੀ ਦਾ ਇਤਿਹਾਸ ਹੀ ਜਿਹੜਾ ਹੈ ਫੁੱਟ ਪਾਓ ਰਾਜ ਕਰੋ, ਇਸੇ ਸਹਾਰੇ ਉਹ ਅੱਜ ਇੱਥੋਂ ਤੱਕ ਪਹੁੰਚੇ ਆ। ਉੱਥੇ ਜ਼ੁਲਮ ਜ਼ਿਆਦਤੀਆਂ ਜ਼ਿਆਦਾ ਹੋ ਰਹੀਆਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਤਾਂ ਜਿਹੜਾ ਭਾਰਤੀ ਜਨਤਾ ਪਾਰਟੀ ਵੀ ਇੱਕ ਚਿਹਰਾ ਹੀ ਆ, ਉਹ ਵੀ ਇੱਕ ਚਿਹਰਾ ਹੀ ਆ। ਅਸਲ 'ਚ ਰਿਮੋਟ ਜਿਹੜਾ ਹੈਗਾ ਉਹ ਨਾਗਪੁਰ ਦੇ ਵਿੱਚ ਹੈ ਇਹਨਾਂ ਦਾ ਜਿਹੜਾ ਇਸ਼ਾਰਾ ਚੱਲਦਾ ਉਹ RSS ਤੋਂ ਚੱਲਦਾ ਹੈਗਾ। ਉਹ ਸੰਵਿਧਾਨ ਜਿਹਨੇ ਭਾਰਤ ਦੇ ਐਡੇ ਵੱਡੇ ਲੋਕਤੰਤਰ ਨੂੰ ਇੱਕਮੁੱਠ ਰੱਖਿਆ, ਇਹ ਕਹਿੰਦੇ ਅਸੀਂ ਉਹਨੂੰ ਬਦਲਣ ਵਾਸਤੇ ਆਏ ਹਾਂ ਤੇ ਬਦਲ ਕੇ ਲਾਗੂ ਕਿਹੜਾ ਕਰਨਾ, ਬਦਲ ਕੇ ਲਾਗੂ ਜਿਹੜੀ ਇਹਨਾਂ ਦੀ ਭੈੜੀ ਮਾਨਸਿਕਤਾ ਉਹ ਕਰਨੀ ਹੈ। ਕਿ ਇਹ ਜਿਹੜੇ ਲੋਕ, ਚਾਹੇ ਉਹ ਸੋਮ ਪ੍ਰਕਾਸ਼ ਜੀ ਅੱਜ ਮੈਂਬਰ ਆਫ ਪਾਰਲੀਮੈਂਟ ਆ, ਇਸ ਤੋਂ ਪਹਿਲਾਂ ਫਗਵਾੜੇ ਦੇ ਵਿੱਚ ਇਹ ਵਿਧਾਨ ਸਭਾ ਦੇ 7 ਸਾਲ ਮੈਂਬਰ ਵੀ ਰਹੇ ਆ, ਚਾਹੇ ਵਿਜੇ ਸਾਂਪਲਾ ਆ 5 ਸਾਲ ਲੋਕ ਸਭਾ ਦਾ ਮੈਂਬਰ ਵੀ ਰਿਹਾ, ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਵੀ ਰਿਹਾ, ਕੇਂਦਰ ਦੇ ਵਿੱਚ ਰਾਜ ਮੰਤਰੀ ਵੀ ਰਿਹਾ, ਤੇ ਚਾਹੇ ਰਾਜੇਸ਼ ਬਾਘਾ ਜਿਹੜਾ SC ST ਕਮਿਸ਼ਨ ਦਾ ਚੇਅਰਮੈਨ ਰਿਹਾ, ਔਰ ਜਿਹੜਾ RSS ਦਾ ਬੜਾ ਕੇਡਰਾਈਜ਼ ਵਰਕਰ ਆ, ਕੇਂਦਰ ਦੇ ਵਿੱਚ ਵਜ਼ੀਰ ਹੋਵੇ, ਪੰਜਾਬ 'ਚ ਇਹਨਾਂ ਦੀ ਸਰਕਾਰ ਹੋਵੇ, ਤੇ ਇਹ ਬੰਦੇ ਝੱਗਾ ਚੱਕ ਕੇ ਦਿਖਾਲ ਦੇਣ ਬਈ ਨਹੀਂ, ਤੇ ਉਦਣ ਦਲਤਾ ਦੀ ਕਿੱਥੇ ਗਈ। ਤਾਂ ਬਹੁਤ ਜ਼ਰੂਰੀ ਹੈ ਕਿ ਇਹਨਾਂ ਦਾ ਜਿਹੜਾ RSS ਦਾ ਛੁਪਿਆ ਹੋਇਆ ਏਜੰਡਾ ਜਿਹੜਾ ਨਾਗਪੁਰ ਦੇ ਵਿੱਚ ਇਹ ਬਣਾਉਂਦੇ ਆ, ਉਹ ਏਜੰਡੇ ਨੂੰ ਲੋਕਾਂ ਦੇ ਸਾਹਮਣੇ, ਲੋਕਾਂ ਦੇ ਵਿਹੜਿਆਂ ਦੇ ਵਿੱਚ ਲੈ ਕੇ ਜਾਣਾ। ਪੰਜਾਬ ਦੇ ਵਿੱਚ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਨੇ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਜਿੱਦਾਂ ਦੇ ਸਮੀਕਰਨ ਜਾਤ ਪਾਤ ਰੰਗ ਧਰਮ ਨਸਲ ਦੇ ਭਾਰਤ ਦੇ ਦੂਜੇ ਸੂਬਿਆਂ 'ਚ ਨਜ਼ਰ ਆਉਂਦੇ ਆ, ਪੰਜਾਬ ਦੇ ਵਿੱਚ ਓਡਾ ਪੀੜਾ ਰੰਗ ਇਹਦਾ ਨਜ਼ਰ ਨਹੀਂ ਆਉਂਦਾ। ਪਰ ਹੁਣ ਬਹੁਤ ਕੁਝ ਹੋਣਾ ਵਾਪਰਨਾ ਸ਼ੁਰੂ ਹੋ ਗਿਆ ਹੈ। ਦਲਿਤ ਪੋਲਿਟਿਕਸ ਇਹ ਖੇਡੀ ਜਾਣ ਲੱਗ ਪਈ ਹੈ, ਪਹਿਲਾਂ ਵੀ ਕੀਤੀ ਜਾਂਦੀ ਸੀਗੀ, ਪਰ ਹੁਣ ਥੋੜ੍ਹਾ ਜਿਹਾ ਕਹਿ ਸਕਦੇ ਹਾਂ ਕਿ ਤਿੱਖੇ ਰੂਪ 'ਚ ਸਾਹਮਣੇ ਆ ਰਹੀ ਹੈ। ਕਿਵੇਂ ਕਿ ਕਿਸਾਨ ਅੰਦੋਲਨ ਦੇ ਦਰਮਿਆਨ ਜਦੋਂ ਭਾਰਤੀ ਜਨਤਾ ਪਾਰਟੀ ਦਲਿਤ ਇਨਸਾਫ ਮਾਰਚ ਕੱਢਦੀ ਹੈ, ਯਾਤਰਾ ਕੱਢਦੀ ਹੈ, ਤੇ ਵਾਰ-ਵਾਰ ਡਾਕਟਰ BR ਅੰਬੇਡਕਰ ਦੇ ਬੁੱਤਾਂ ਦੇ ਉੱਤੇ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਟਕਰਾਅ ਹੁੰਦਾ ਹੈ, ਕਿਤੇ ਕਿਸਾਨਾਂ ਨਾਲ ਟਕਰਾਅ ਹੁੰਦਾ, ਕਿਤੇ ਕਿਸੇ ਦਲਿਤ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਿਆਸੀ ਪਾਰਟੀ ਦੇ ਨਾਲ ਟਕਰਾਅ ਹੁੰਦਾ, ਉਹਦੇ ਵਰਕਰਾਂ ਨਾਲ ਟਕਰਾਅ ਹੁੰਦਾ। ਉਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ, ਆਬੋ ਹਵਾ ਦੇ ਵਿੱਚ ਇਹ ਸਿਆਸਤ ਜਿਹੜੀ ਹੈ ਉਹ ਬੜੇ ਤਿੱਖੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦਲਿਤਾਂ ਦੇ ਪੱਖ ਦੇ ਵਿੱਚ ਆਵਾਜ਼ ਬੁਲੰਦ ਕਰਨ ਦੀ ਗੱਲ ਕਰਦੀ ਹੈ ਤੇ ਉਹਦੀ ਹਕੀਕਤ ਕੀ ਹੈ, ਕਿੰਨਾ ਕੁ ਹੇਜ ਹੈ ਭਾਰਤੀ ਜਨਤਾ ਪਾਰਟੀ ਨੂੰ ਦਲਿਤਾਂ ਦੇ ਨਾਲ, ਪੰਜਾਬ ਦੇ ਵਿੱਚ ਕੀ ਸਥਿਤੀ ਹੈ ਦਲਿਤ ਪੋਲਿਟਿਕਸ ਦੀ, ਦਲਿਤਾਂ ਦੀ ਕੀ ਸਥਿਤੀ ਹੈ, ਤੇ ਉਹਨਾਂ ਦੀ ਸੋਚ ਤੇ ਸੋਝੀ ਤੇ ਸਿਆਸੀ ਸਮੀਕਰਨ ਉਹਨਾਂ ਦੇ ਕਿੱਧਰ ਨੂੰ ਜਾ ਰਹੇ ਨੇ ਔਰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ ਪੰਜਾਬ ਦੀ ਸਿਆਸਤ ਨੂੰ। ਇਸ ਸਾਰੇ ਨੁਕਤੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਅਸੀਂ ਜਰਨੈਲ ਨੰਗਲ ਹੋਰਾਂ ਨਾਲ ਗੱਲ ਕਰਾਂਗੇ, ਕਿਉਂਕਿ ਇਹ ਇਕੱਲੇ ਸਿਆਸੀ ਲੀਡਰ ਨਹੀਂ ਹੈ, ਦਲਿਤ ਲੀਡਰ ਜਿਹੜਾ ਇਹਨਾਂ ਨੂੰ ਮੈਂ ਕਹਾਂਗਾ, ਔਰ ਦਲਿਤ ਲੀਡਰ ਵੀ ਉਹ ਨੇ ਜਿਹੜੇ ਜਦੋਂ ਦਲਿਤਾਂ ਦੇ ਮਸਲੇ ਆਉਂਦੇ ਆ ਤੇ ਜਰਨੈਲ ਨੰਗਲ ਮੋਹਰੇ ਹੋ ਕੇ ਲੜਦਾ ਵੀ ਜਿਹੜਾ ਉਹ ਨਜ਼ਰ ਆਉਂਦਾ। ਤੇ ਇਸ ਵੇਲੇ ਮੈਂ ਇੱਕ ਸਿਆਸੀ ਕਿਸੇ ਲੀਡਰ ਦੀ ਥਾਂ ਤੇ ਤੁਹਾਨੂੰ ਦਲਿਤ ਅੰਦੋਲਨਾਂ ਦੇ ਵਿੱਚ ਜਿਹੜਾ ਲੜਦਾ ਇੱਕ ਸਿਪਾਹੀ ਹੈ ਉਹਦੇ ਤੌਰ ਤੇ ਦੇਖਦਾ ਹਾਂ। ਤੇ ਉਸ ਸਭ ਦੇ ਵਿੱਚੋਂ ਜਦੋਂ ਮੈਂ ਆਹ ਪ੍ਰਸਥਿਤੀਆਂ ਦੇਖਦਾ ਪਿਆ ਕਿ ਭਾਰਤੀ ਜਨਤਾ ਪਾਰਟੀ ਦਲਿਤ ਪੋਲਿਟਿਕਸ ਖੇਡਦੀ ਹੈ, ਹਾਲਾਂਕਿ ਜਦੋਂ ਇਦਾਂ ਦੀ ਪੋਲਿਟਿਕਸ ਦੀ ਅਸੀਂ ਗੱਲ ਕਰਦੇ ਸਾਨੂੰ ਆਪ ਨੂੰ ਲੱਗਦਾ ਕਿ ਇਹ ਕੀ ਹੋ ਰਿਹਾ, ਕਿ ਆਹ ਰੰਗਾਂ ਦੀ ਪੋਲਿਟਿਕਸ, ਨਸਲਾਂ ਦੀ ਪੋਲਿਟਿਕਸ, ਜ਼ਾਤਾਂ ਦੀ ਪੋਲਿਟਿਕਸ, ਆਹ ਦਲਿਤ ਹੈ, ਆਹ ਗੜਾ ਆ, ਪਿਛੜਾ ਆ, ਉਹ ਸਾਰੀਆਂ ਜਿਹੜੀਆਂ ਉਹ ਲੱਗਦਾ ਹੁੰਦਾ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ, ਪਰ ਹੈ ਸਾਡੀ ਸੁਸਾਇਟੀ ਦੇ ਵਿੱਚ। ਉਸ ਸਭ ਦੇ ਵਿੱਚ ਜਦੋਂ ਹੁਣ ਭਾਜਪਾ ਦੀ ਤੁਸੀਂ ਸਿਆਸਤ ਦੇਖਦੇ ਆ, ਬੜਾ ਹੇਜ ਜਾਗਿਆ ਭਾਜਪਾ ਨੂੰ ਇੱਕਦਮ ਦਲਿਤਾਂ ਦੇ ਨਾਲ, ਕਿਸ ਤਰੀਕੇ ਨਾਲ ਲੈਂਦੇ ਹੋ ਉਹਨਾਂ ਦੇ ਇਸ ਕਦਮ ਨੂੰ ਕਿ ਸੱਚੀਓ ਹੀ ਭਾਜਪਾ ਹੁਣ ਦਲਿਤਾਂ ਦੇ ਪੱਖ ਦੇ ਵਿੱਚ ਆਵਾਜ਼ ਬੁਲੰਦ ਕਰ ਰਹੀ ਹੈ, ਕਰਦੀ ਸੀ, ਜਾਂ ਫਿਰ ਇਹਦੇ ਮਾਇਨੇ ਕੁਝ ਹੋਰ ਲੈਂਦੇ ਹੋ? ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਬੜੇ ਸੀਰੀਅਸ ਇਸ਼ੂ ਦੇ ਉੱਤੇ ਆਪਾਂ ਇਹ ਅੱਜ ਦੀ ਗੱਲਬਾਤ ਕਰ ਰਹੇ ਹਾਂ, ਔਰ ਲੋਕਾਂ ਤੱਕ ਗੱਲ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਵੇਅਰਨੈਸ ਜਿਹੜੀ ਹੈਗੀ ਆ ਉਹੀ ਲੋਕਾਂ ਨੂੰ ਚੰਗਾ ਮਾੜਾ ਜਿਹੜਾ ਆ ਆਪਣਾ ਸੋਚਣ ਲਈ ਅਵੇਅਰ ਕਰੇਗੀ, ਉਹਦੇ ਤੋਂ ਹੀ ਉਹ ਆਪਣੀ ਸੇਧ ਲੈ ਸਕਣਗੇ। ਇਸ ਲਈ ਤੁਹਾਡਾ ਧੰਨਵਾਦ ਹੈ। ਰਹੀ ਗੱਲ ਭਾਰਤੀ ਜਨਤਾ ਪਾਰਟੀ ਦੀ, ਭਾਰਤੀ ਜਨਤਾ ਪਾਰਟੀ ਦਾ ਇਤਿਹਾਸ ਹੀ ਜਿਹੜਾ ਹੈ ਫੁੱਟ ਪਾਓ ਰਾਜ ਕਰੋ, ਇਸੇ ਸਹਾਰੇ ਉਹ ਅੱਜ ਇੱਥੋਂ ਤੱਕ ਪਹੁੰਚੇ ਹੈ। ਤੁਸੀਂ ਪਿੱਛੇ ਨੂੰ ਨਿਗਾਹ ਮਾਰ ਕੇ ਦੇਖ ਲਓ, ਭਾਰਤੀ ਜਨਤਾ ਪਾਰਟੀ ਦਾ ਏਜੰਡਾ ਜਿਹੜਾ ਆ ਉਹ ਕਦੀ ਆਰਥਿਕ ਤੌਰ 'ਤੇ ਨਹੀਂ ਰਿਹਾ। ਭਾਰਤੀ ਜਨਤਾ ਪਾਰਟੀ ਦਾ ਏਜੰਡਾ ਜਿਹੜਾ ਆ ਉਹ ਕਦੀ ਬੇਰੁਜ਼ਗਾਰੀ ਨੂੰ ਮੁੱਖ ਰੱਖ ਕੇ ਨਹੀਂ ਰਿਹਾ। ਭਾਰਤੀ ਜਨਤਾ ਪਾਰਟੀ ਦਾ ਏਜੰਡਾ ਜਿਹੜਾ ਆ ਉਹ ਧਰਮ ਦੀ ਰਾਜਨੀਤੀ ਕਰਨਾ, ਦੇਸ਼ ਧਰੋਹ ਜਾਂ ਦੇਸ਼ ਭਗਤੀ,
ਇਹਦੇ ਤੇ ਉਹਨਾਂ ਦਾ ਏਜੰਡਾ ਰਿਹਾ ਔਰ ਇਹੀ ਕਾਰਨ ਰਿਹਾ ਕਿ ਅੱਜ ਤੱਕ ਭਾਰਤੀ ਜਨਤਾ ਪਾਰਟੀ ਨੇ ਦੇਸ਼ ਨੂੰ ਪਾੜਨ ਦੀ ਜਿਹੜੇ ਯਤਨ ਕੀਤੇ ਆ ਉਹ ਤੁਸੀਂ ਪਿਛਲੀਆਂ ਸਮਿਆਂ ਦੇ ਵਿੱਚ ਦੇਖੋ ਕਿ ਜਦੋਂ ਕਿਤੇ ਕੋਈ ਗੱਲ ਆਰਥਿਕਤਾ ਦੀ ਚੱਲਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਪਾਕਿਸਤਾਨ ਯਾਦ ਆਉਣ ਲੱਗ ਪੈਂਦਾ ਆ। ਜਦੋਂ ਕਿਸੇ ਬੇਰੁਜ਼ਗਾਰੀ ਦੀ ਗੱਲ ਚੱਲਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਰਾਮ ਮੰਦਿਰ ਯਾਦ ਆਉਣ ਲੱਗ ਪੈਂਦਾ ਹੈ। ਜਦੋਂ ਕਿਤੇ ਉਹਨਾਂ ਨੂੰ ਆਪਾਂ ਗੱਲ ਕਰਦੇ ਹਾਂ ਕਿ ਕੋਈ ਗਵਰਨਮੈਂਟ ਸੈਕਟਰ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਹਿੰਦੂ ਮੁਸਲਮਾਨ ਯਾਦ ਆ ਜਾਂਦਾ, ਕਦੀ ਉਹਨਾਂ ਨੂੰ ਧਾਰਾ 370 ਯਾਦ ਆ ਜਾਂਦੀ ਹੈ। ਲੇਕਿਨ ਕਦੀ ਵੀ ਉਹਨਾਂ ਨੂੰ ਦੇਸ਼ ਪਿੱਛੇ ਨੂੰ ਜਾ ਰਿਹਾ, ਦੇਸ਼ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਕਿੰਨੀ ਕਮਜ਼ੋਰ ਹੋ ਗਈ ਹੈ, ਇਹਦੇ ਤੇ ਤਾਂ ਕਦੀ ਗੱਲ ਹੀ ਨਹੀਂ ਹੋਈ। ਔਰ ਇਹੀ ਕੰਮ ਜਿਹੜਾ ਹੈਗਾ ਅੱਜ ਤੱਕ ਉਹਨਾਂ ਨੇ ਕੀਤਾ। ਕਿੰਨੀ ਦੇਰ ਹੋ ਗਈ ਅਯੁੱਧਿਆ ਦੇ ਰਾਮ ਮੰਦਿਰ ਦਾ ਵਿਵਾਦ ਚੱਲਦਿਆਂ ਨੂੰ। ਅੱਜ ਉਹ ਵਿਵਾਦ ਦੇ ਕਰਕੇ ਭਾਰਤੀ ਜਨਤਾ ਪਾਰਟੀ ਦੂਸਰੀ ਵਾਰੀ ਰਾਜ ਭਾਗ ਤੇ ਕਾਬਜ ਹੋ ਗਈ। ਕਦੀ ਤਰਸ਼ੂਲ ਵੰਡਣੇ, ਇਹਨਾਂ ਦੇ ਜਿਹੜੇ ਜਿੰਨੇ ਵਿੰਗ ਬਣੇ ਆ, ਕਦੀ ਕਿਸੇ ਕ੍ਰਿਸਚਨਸ ਦੇ ਉੱਤੇ, ਕਦੀ ਕਿਸੇ ਮੁਸਲਮਾਨ ਦੇ ਉੱਤੇ ਤੇ ਦਲਿਤਾਂ ਦੇ ਉੱਤੇ ਅਤਿਆਚਾਰਾਂ ਦੀ ਤਾਂ ਗਿਣਤੀ ਕੋਈ ਨਹੀਂ ਹੋ ਰਹੀ। ਔਰ ਗਿਣਤੀ ਵੀ ਆਪਾਂ ਇਹ ਗੱਲ ਕਹੀਏ ਵੀ ਦੇਸ਼ ਦੇ ਅੰਦਰ ਅੱਜ ਜਿੰਨੇ ਵੀ ਜ਼ੁਲਮ ਜ਼ਿਆਦਤੀਆਂ ਹੋ ਰਹੀਆਂ ਉਹਦੇ ਵਿੱਚੋਂ ਜੇ ਤੁਸੀਂ ਸਾਰਾ ਹੀ ਅੰਕੜਾ ਇਕੱਠਾ ਕਰ ਲਓ ਤਾਂ 80% ਜਿਹੜਾ ਜ਼ੁਲਮ ਜ਼ਿਆਦਤੀਆਂ ਆ ਉਹ ਦਲਿਤ ਸਮਾਜ ਦੇ ਉੱਤੇ ਹੋ ਰਹੀਆਂ। ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉੱਥੇ ਜ਼ੁਲਮ ਜ਼ਿਆਦਤੀਆਂ ਜ਼ਿਆਦਾ ਹੋ ਰਹੀਆਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਅੱਜ ਤਾਂ ਦੇਸ਼ ਦੇ ਅੰਦਰ ਹੀ ਆ ਨਾ, ਜੇ ਸੂਬਿਆਂ ਦੀਆਂ ਸਰਕਾਰਾਂ ਦੀ ਵੀ ਗੱਲ ਕਰ ਲਈਏ ਤਾਂ ਇਸ ਕਰਕੇ ਜਿਹੜਾ ਆ ਦਿਖਾਵਾ ਹੋ ਰਿਹਾ ਪੰਜਾਬ ਵੱਲੋਂ, ਹੁਣ ਇਹਨਾਂ ਨੇ ਮੂੰਹ ਕੀਤਾ। ਪੰਜਾਬ ਵੱਲੋਂ ਮੂੰਹ ਕਿਉਂ ਕੀਤਾ? ਪੰਜਾਬ ਵੱਲੋਂ ਮੂੰਹ ਇਸ ਕਰਕੇ ਕੀਤਾ ਕਿ ਇਹਨਾਂ ਦੀ ਅਲਾਈਅੰਸ ਪਾਰਟਨਰ ਜਿਹੜੀ ਮੇਜਰ ਪਾਰਟੀ ਪੰਜਾਬ ਦੇ ਵਿੱਚ ਰਹੀ ਹੈ ਅਕਾਲੀ ਦਲ, ਅੱਜ ਉਹਦੇ ਨਾਲੋਂ ਇਹਨਾਂ ਦਾ ਤਲਾਕ ਹੋ ਗਿਆ, ਅੱਜ ਉਹਦੇ ਨਾਲ ਤੋੜ ਵਿਛੋੜਾ ਹੋ ਗਿਆ ਤੇ ਅੱਜ ਆਪਣੀ ਜ਼ਮੀਨ ਤਰਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਹਨਾਂ ਨੂੰ ਕੀ ਲੱਗਦਾ ਕਿ ਜਿਹੜੀ ਵੋਟ ਜਿਹੜੀ ਫਲੋਟਡ ਵੋਟ ਆ ਜੀ, ਜਿਹਨੂੰ ਇਹ ਸਮਝਦੇ ਹੋਣਗੇ ਵੀ ਅਸੀਂ ਕਿਹਨੂੰ ਘੁਮਾ ਸਕਦੇ ਹਾਂ, ਕਿਹਨੂੰ ਘੁਮਾ ਸਕਦੇ ਹਾਂ, ਤਾਂ ਇਹਨਾਂ ਨੇ ਸਭ ਤੋਂ ਪਹਿਲਾ ਟਾਰਗੇਟ ਜਿਹੜਾ ਆ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਹਿੱਸਾ ਆ ਉਹ ਦਲਿਤ ਆਬਾਦੀ ਆ। ਦੁਆਬੇ 'ਚ 38% ਆ, ਪੰਜਾਬ 'ਚ 32% ਆ। ਓਵਰਆਲ ਪੰਜਾਬ ਦੀ 32% ਦਲਿਤ ਆਬਾਦੀ ਆ। ਤਾਂ ਇਹਨਾਂ ਨੇ ਟਾਰਗੇਟ ਜਿਹੜਾ ਆ ਉਹ ਦਲਿਤ ਆਬਾਦੀ ਨੂੰ ਕੀਤਾ। ਤਾਂ ਇਹ ਸਿਰਫ ਇੱਕ ਦਿਖਾਵਾ ਹੋ ਰਿਹਾ ਔਰ ਦਿਖਾਵਾ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ। ਇਹਦੇ ਰਿਜ਼ਲਟ ਜਿਹੜੇ ਹੈਗੇ ਆ ਆਪਣੇ ਸਾਹਮਣੇ ਵੈਸੇ ਤਾਂ ਆ ਗਏ। ਤੁਸੀਂ ਆਪਣੀ ਗੱਲ ਦੇ ਵਿੱਚ ਇਹ ਕਹਿ ਦਿੱਤਾ ਕਿ ਇਹ ਜਿਹੜੀ ਦੇਸ਼ ਦੇ ਉੱਤੇ ਨਸਲ ਰੰਗ ਭੇਦ ਦੇ ਨਾਮ ਦੇ ਉੱਤੇ ਜਿਹੜੀ ਰਾਜਨੀਤੀ ਆ ਉਹਦਾ ਮੂੰਹ ਜਿਹੜਾ ਆ ਹੁਣ ਪੰਜਾਬ ਵੱਲ ਨੂੰ ਹੋ ਗਿਆ। ਤੇ ਮੈਂ ਨਾ ਦੋਨੋਂ ਚੀਜ਼ਾਂ ਦਰਸ਼ਕਾਂ ਨੂੰ ਦੱਸ ਦੇਵਾਂ, ਇੱਥੇ ਸਿਆਸਤ ਦੀ ਵੀ ਗੱਲ ਨਾਲ ਚੱਲਦੀ ਰਹੇਗੀ ਪਰ ਮੂਲ ਰੂਪ ਦੇ ਵਿੱਚ ਮੇਰੀ ਕੋਸ਼ਿਸ਼ ਹੋਏਗੀ ਕਿ ਗੱਲਬਾਤ ਦੇ ਵਿੱਚੋਂ ਪੰਜਾਬ ਦੇ ਵਿੱਚ ਦਲਿਤ ਪੋਲਿਟਿਕਸ ਕਿਹੋ ਜਿਹੀ ਆ, ਦਲਿਤ ਦੀ ਸਥਿਤੀ ਕੀ ਹੈ, ਉਹਦੇ ਸਿਆਸੀ ਸਮੀਕਰਨ ਕੀ ਹੈ, ਸਿਆਸੀ ਤੌਰ ਤੇ ਕਿੰਨਾ ਚੇਤਨ ਹੈ, ਜਾਂਦਾ ਕਿੱਧਰ ਨੂੰ ਆ ਔਰ ਉਹਦਾ ਇਸਤੇਮਾਲ ਕਿੰਨਾ ਕੁ ਕੀਤਾ ਜਾ ਸਕਦਾ, ਇਹਨਾਂ ਨੁਕਤਿਆਂ ਦੇ ਉੱਤੇ ਗੱਲ ਜ਼ਰੂਰ ਕੀਤੀ ਜਾਵੇ। ਜਦੋਂ ਅੰਦੋਲਨ ਕਰਦੇ ਹੋ ਦਲਿਤਾਂ ਦੇ ਮੁੱਦਿਆਂ ਨੂੰ ਲੈ ਕੇ, ਤੁਸੀਂ ਅੰਦੋਲਨ ਕਰਦੇ ਹੋ ਤੇ ਦਲਿਤ ਮੰਨਦਾ ਕਿ ਇਹ ਮੇਰਾ ਲੀਡਰ ਆ, ਇਹ ਮੇਰੇ ਵਿੱਚੋਂ ਆ ਤੇ ਮੈਂ ਇਹਦੇ ਨਾਲ ਚੱਲਣਾ ਆ, ਉਹ ਸੁਣਦਾ ਵੀ ਆ, ਪਿੱਛੇ ਵੀ ਲੱਗਦਾ। ਜਦੋਂ ਇਹ ਸਿਆਸੀ ਪਾਰਟੀਆਂ ਜਿਹੜੀਆਂ ਆ ਉਹ ਇਸ ਤਰੀਕੇ ਨਾਲ ਚੱਲਦੀਆਂ ਨੇ ਕਿ ਅਸੀਂ ਅੰਦੋਲਨ ਚਲਾਉਂਦੇ ਆ ਤਾਂ ਤੁਸੀਂ ਸਾਡੇ ਮਗਰ ਚੱਲੋ, ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਉਹ ਇਸ ਵੇਲੇ ਪੰਜਾਬ ਦਾ ਦਲਿਤ ਕਿੱਥੇ ਖੜਾ ਤੁਹਾਨੂੰ ਨਜ਼ਰ ਆ ਰਿਹਾ? ਕਿੰਨਾ ਕੁ ਭਾਜਪਾ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਕਿ ਕਿੰਨਾ ਕੁ ਟੁੱਟਿਆ ਹੋਇਆ ਨਜ਼ਰ ਆ ਰਿਹਾ? ਦੇਖੋ, ਇੱਕ ਗੱਲ ਤਾਂ ਸਪਸ਼ਟ ਹੈਗੀ ਆ, ਭਾਰਤੀ ਜਨਤਾ ਪਾਰਟੀ ਦੇ ਵਿੱਚ ਸਿਰਫ ਉਹ ਦਲਿਤ, ਜਿਨ੍ਹਾਂ ਨੂੰ ਮੈਂ ਦਲਿਤ ਨਹੀਂ ਕਹੂੰਗਾ, ਉਹ ਦਲਿਤ ਚਿਹਰੇ ਜਿਹੜੇ ਆਪਣੇ ਤੇ ਟੈਗ ਦਲਿਤਾਂ ਦਾ ਲਵਾ ਕੇ ਖੜੇ ਆ, ਲੇਕਿਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਸਿਰਫ ਆਪਣੀਆਂ ਅਹੁਦੇਦਾਰੀਆਂ, ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਲਈ, ਚਾਹੇ ਉਹ ਵਿਜੇ ਸਾਂਪਲਾ ਹੋਵੇ, ਚਾਹੇ ਉਹ ਰਜੇਸ਼ ਬਾਘਾ ਹੋਵੇ ਤੇ ਚਾਹੇ ਉਹ ਮੈਂਬਰ ਆਫ ਪਾਰਲੀਮੈਂਟ ਮੌਜੂਦਾ ਸੋਮ ਪ੍ਰਕਾਸ਼ ਹੋਵੇ, ਜਿਹੜੇ ਚਿਹਰਿਆਂ ਨੂੰ ਅੱਗੇ ਰੱਖ ਕੇ ਦਲਿਤ ਪੋਲਿਟਿਕਸ ਕਰ ਰਹੇ ਆ। ਤੇ ਇਹ ਜਿਹੜੇ ਲੋਕ ਹੈਗੇ ਆ ਇਹ ਹੁਣ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਮੈਂ ਕਹਿੰਦਾ ਵੀ ਭਲਾ ਹੋਵੇ ਅੱਜ ਸੋਸ਼ਲ ਮੀਡੀਆ ਦਾ, ਭਲਾ ਹੋਵੇ ਤੁਹਾਡੇ ਵਰਗੇ ਚੈਨਲਾਂ ਦਾ, ਜਿਨ੍ਹਾਂ ਨੇ ਲੋਕਾਂ ਮੂਹਰੇ ਸੱਚਾਈ ਜਿਹੜੀ ਹੈਗੀ ਲਿਆਉਣ ਦਾ ਬੜਾ ਵੱਡਾ ਯਤਨ ਕੀਤਾ ਹੈ। ਅੱਜ ਤੁਸੀਂ ਸੱਚਾਈ ਲੋਕਾਂ ਮੂਹਰੇ ਲੈ ਕੇ ਆ ਰਹੇ ਹੋ ਤੇ ਲੋਕ ਜਿਹੜੇ ਹੈਗੇ ਆ ਇੰਨੀ ਜਲਦੀ ਹੁਣ ਗੁੰਮਰਾਹ ਨਹੀਂ ਹੋਣਾ। ਅੱਗੇ ਕੀ ਹੁੰਦਾ ਸੀ? ਅੱਗੇ ਹੁੰਦਾ ਸੀ ਬਈ ਟੈਲੀਵਿਜ਼ਨ ਦੇ ਉੱਤੇ ਜਿਹੜੀ ਨਿਊਜ਼ ਉਹਨਾਂ ਨੂੰ ਜਿੰਨਾ ਕੁ ਚਾਹੁੰਦੇ ਸੀ ਉਨਾ ਕੁ ਕੈਂਚੀ ਮਾਰ ਕੇ ਉਹ ਆਪਣੀ ਪੇਸ਼ ਕਰ ਦਿੰਦੇ। ਜੋ ਸਾਨੂੰ ਟੈਲੀਵਿਜ਼ਨ ਪਰੋਸਦਾ ਸੀ, ਜੋ ਸਾਨੂੰ ਅਖਬਾਰਾਂ ਪਰੋਸਦੀਆਂ ਸੀ, ਅਸੀਂ ਉਹੀ ਛਕਦੇ ਸੀ ਤੇ ਸਾਨੂੰ ਲੱਗਦਾ ਸੀ ਸ਼ਾਇਦ ਉਹੀ ਸੱਚ ਆ। ਲੇਕਿਨ ਅੱਜ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੁਹਾਡੇ ਵਰਗੇ ਚੈਨਲ ਜਿਹੜੇ ਹੈਗੇ ਆ ਜਾਂ ਹੋਰ ਲੋਕ ਜਿਹੜੇ ਆ ਆਪਣੀ ਗੱਲ ਨੂੰ ਵਧੀਆ ਤਰੀਕੇ ਨਾਲ ਰੱਖਦੇ, ਬਹੁਤ ਸਾਰੇ ਵਿਦਵਾਨ ਲੋਕ ਜਿਹੜੇ ਹੈਗੇ ਆਪਣੀ ਰਾਏ ਰੱਖਦੇ ਆ, ਤਾਂ ਉੱਥੇ ਹੁਣ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨਾ ਉਨਾ ਆਸਾਨ ਨਹੀਂ ਰਹਿ ਗਿਆ। ਹੁਣ ਲੋਕਾਂ ਤੱਕ ਗੱਲ ਪਹੁੰਚਦੀ ਆ। ਤਾਂ ਜਿਹੜੀ ਦਲਿਤ ਰਾਜਨੀਤੀ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਜਿਹੜੀ ਆ ਆਪਣੇ ਉਸ ਮਨਸੂਬਿਆਂ ਦੇ ਉੱਤੇ, ਕਿਉਂਕਿ ਇਹਨਾਂ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਵੀ ਇੱਕ ਚਿਹਰਾ ਹੀ ਆ, ਉਹ ਵੀ ਇੱਕ ਚਿਹਰਾ ਹੀ ਆ। ਅਸਲ 'ਚ ਰਿਮੋਟ ਜਿਹੜਾ ਹੈਗਾ ਉਹ ਨਾਗਪੁਰ ਦੇ ਵਿੱਚ ਹੈ ਇਹਨਾਂ ਦਾ ਜਿਹੜਾ ਇਸ਼ਾਰਾ ਚੱਲਦਾ ਉਹ RSS ਤੋਂ ਚੱਲਦਾ ਹੈਗਾ। ਤਾਂ RSS ਦਾ ਜਿਹੜਾ ਗੁਪਤ ਏਜੰਡਾ ਆ
ਉਹ ਇਹਨਾਂ ਦੇ ਥਰੂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਲੋਕ ਇੰਨੀ ਜਲਦੀ ਗੁੰਮਰਾਹ ਨਹੀਂ ਹੋਣਗੇ, ਕਿਉਂਕਿ ਲੋਕਾਂ ਨੂੰ ਅਵੇਅਰ ਕਰਨ ਲਈ ਅਸੀਂ ਵੀ ਬੈਠੇ ਹਾਂ। ਅਸੀਂ ਜਿਹੜਾ ਹੈਗਾ ਉਹ ਸਮਾਜ ਦੀ ਲੜਾਈ ਲੜਦਿਆਂ ਨੂੰ ਸਾਨੂੰ ਲੰਬਾ ਸਮਾਂ ਹੋ ਗਿਆ। ਅਸੀਂ ਲੋਕਾਂ ਨੂੰ ਹੋਕਾ ਦੇ ਰਹੇ ਹਾਂ ਵੀ ਜਾਗਦੇ ਰਹੋ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਹੁਣ ਸਾਡੇ ਵਰਗੇ ਭਾਈ ਭਰਾ ਜਿਹੜੇ ਹੈਗੇ ਆ ਉਹ ਫੀਲਡ ਦੇ ਵਿੱਚ ਉਤਰ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ। ਤਾਂ ਭਾਰਤੀ ਜਨਤਾ ਪਾਰਟੀ ਦਾ ਇਹ ਕਾਰਡ ਜਿਹੜਾ ਸਫਲ ਨਹੀਂ ਕਦੀ ਵੀ ਹੋਏਗਾ। ਇੱਕ ਚੀਜ਼ ਹੋ ਰਿਹਾ ਜਦੋਂ ਮੈਂ ਪੰਜਾਬ ਦੇ ਸੰਦਰਭ ਦੇ ਵਿੱਚ ਦੇਖਦਾ ਤੇ ਜਾਂ ਫਿਰ ਉੱਤਰ ਪ੍ਰਦੇਸ਼, ਬਿਹਾਰ ਜਾਂ ਕੁਝ ਹੋਰ ਸੂਬਿਆਂ 'ਚ ਦੇਖਦਾ, ਮੈਨੂੰ ਕੁਝ ਪਰਿਸਥਿਤੀਆਂ ਬਦਲੀਆਂ ਹੋਈਆਂ ਨਜ਼ਰ ਆਉਂਦੀਆਂ। ਕਿਉਂਕਿ ਪੰਜਾਬ ਦੀ ਗੱਲ ਕਰ ਲਈਏ, ਜਿੱਦਾਂ ਮੈਂ ਬੋਲਿਆ ਸੀਗਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਕੁਝ ਇੱਕਾ ਦੁੱਕਾ ਥਾਵਾਂ ਨੂੰ ਛੱਡ ਕੇ, ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਛੱਡ ਕੇ ਇੱਥੇ ਦਲਿਤ, ਅਗੜਾ, ਪਿਛੜਾ ਇਦਾਂ ਦੀ ਜਿਹੜੀ ਆ ਉਹ ਬਹੁਤੀ ਗੱਲ ਨਹੀਂ ਆ, ਕੋਈ ਵਿਖਰੇਵਾਂ ਨਹੀਂ ਆ। ਕਿਉਂਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਉਹ ਨਾਰਾ ਜਾਂ ਉਹ ਸੰਦੇਸ਼ ਜਿਹੜਾ ਇੱਥੇ ਰਗ ਰਗ ਦੇ ਵਿੱਚ ਵਸਦਾ ਆ। ਇਸ ਕਰਕੇ ਪਰਿਸਥਿਤੀਆਂ ਦਲਿਤ ਲਈ ਇੰਨੀਆਂ ਅਣਸੁਖਾਵੀਆਂ ਨਹੀਂ ਇੱਥੇ ਜਿੰਨੀਆਂ ਹੋਰਨਾਂ ਥਾਵਾਂ ਤੇ ਹੋਣਗੀਆਂ। ਤੇ ਜਦੋਂ RSS ਦਾ ਜਿਹਦਾ ਤੁਸੀਂ ਜ਼ਿਕਰ ਛੇੜਿਆ, ਜਦੋਂ ਉਹਦੀ ਗੱਲ ਦੇਖਦੇ ਹਾਂ ਅਸੀਂ, ਉਹਦੇ ਤੇ ਮੂਲ ਦੇ ਵਿੱਚ ਉਹ ਜਿਹੜੀ ਮਨੂ ਸਮ੍ਰਿਤੀ ਬੈਠੀ ਆ, ਜਿਹੜੀ ਵਰਗ ਵੰਡ ਕਰਦੀ ਆ, ਜਿਹੜੀ ਵਰਗ ਵੰਡ ਦੇ ਵਿੱਚ ਦਲਿਤ ਸਭ ਤੋਂ ਹੇਠਾਂ ਜਿਹੜਾ ਆ ਉਹ ਨਜ਼ਰ ਆਉਂਦਾ। ਤੇ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕਾਰਗਰ ਨਹੀਂ ਸਾਬਤ ਹੋਣਗੀਆਂ, ਜਾਂ ਉਹ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਇਹਨਾਂ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਦੇ ਰਾਜਨੀਤਿਕ ਲੋਕਾਂ ਨੇ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ 14 ਦੇ ਇਲੈਕਸ਼ਨ ਤੋਂ ਪਹਿਲਾਂ ਉਹ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਸੀ। ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਸੰਵਿਧਾਨ ਨੂੰ ਬਦਲਣ ਵਾਸਤੇ ਆਏ ਹਾਂ। ਸੰਵਿਧਾਨ ਕੀ ਹੈ? ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ। ਸੰਵਿਧਾਨ ਜਿਹੜਾ ਹੈਗਾ ਉਹ ਦੇਸ਼ ਦੀ ਜਿਹੜੀ ਹੈਗੀ ਆ ਉਹ ਏਕਤਾ, ਅਖੰਡਤਾ ਨੂੰ ਕਾਇਮ ਰੱਖਣ ਲਈ ਸਾਡੇ ਕੋਲ ਸਭ ਤੋਂ ਵੱਡਾ ਇੱਕ ਸਾਧਨ ਹੈ। ਉਹ ਸੰਵਿਧਾਨ ਜਿਹਨੇ ਭਾਰਤ ਦੇ ਐਡੇ ਵੱਡੇ ਲੋਕਤੰਤਰ ਨੂੰ ਇਕਮੁੱਠ ਰੱਖਿਆ। ਇਹ ਕਹਿੰਦੇ ਅਸੀਂ ਉਹਨੂੰ ਬਦਲਣ ਵਾਸਤੇ ਆਏ ਹਾਂ, ਤੇ ਬਦਲ ਕੇ ਲਾਗੂ ਕਿਹੜਾ ਕਰਨਾ? ਬਦਲ ਕੇ ਲਾਗੂ ਜਿਹੜੀ ਇਹਨਾਂ ਦੀ ਭੈੜੀ ਮਾਨਸਿਕਤਾ ਉਹ ਕਰਨੀ ਹੈ। ਤਾਂ ਉਹ ਜਿਹੜਾ ਹੈਗਾ ਉਸ ਪਾਸੇ ਨੂੰ ਇਹ ਉਸ ਏਜੰਡੇ ਤੇ ਕੰਮ ਕਰ ਰਹੇ ਆ, ਲੇਕਿਨ ਉਹ ਏਜੰਡੇ ਤੇ ਕਾਮਯਾਬ ਨਹੀਂ ਹੋਣਗੇ। ਉਹਦਾ ਬਹੁਤ ਵੱਡਾ ਇੱਕ ਕਾਰਨ ਆ, ਬਹੁਤ ਵੱਡਾ ਕਾਰਨ ਇਹੀ ਆ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਹਿ ਕੇ ਹਟਿਆ ਵੀ ਅੱਜ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਲੋਕਾਂ ਤੱਕ ਗੱਲ ਪਹੁੰਚਾ ਰਿਹਾ। ਅੱਜ ਜੇ ਆਪਾਂ ਗੱਲ ਕਰੀਏ, ਜਿਹੜੇ ਲੋਕ ਦਲਿਤ ਬਚਾਓ ਯਾਤਰਾ ਕੱਢ ਰਹੇ ਆ, ਚਾਹੇ ਉਹ ਆ ਜਿਹੜੇ ਮੈਂ 3 ਚਿਹਰਿਆਂ ਦੇ ਨਾਮ ਲਏ ਆ, ਇਹ ਲੋਕ ਜਿਹੜੇ ਆ ਇਹ ਕਿਹਨਾਂ ਦੇ ਇਸ਼ਾਰੇ ਤੇ ਕਰ ਰਹੇ ਆ? ਇਹਨਾਂ ਨੇ ਉਸ ਵੇਲੇ ਮੂੰਹ ਨਹੀਂ, ਮੈਂ ਇੱਕ ਬਹੁਤ ਵੱਡਾ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇਹ ਗੱਲ ਕਹਿੰਦੇ ਆ ਕਿ ਅਗਰ ਇਨਸਾਨ ਨੂੰ ਜਿਉਂਦਾ ਰਹਿਣ ਲਈ ਖਾਣਾ ਜ਼ਰੂਰੀ ਹੈ, ਤੇ ਖਾਣੇ ਤੋਂ ਬਾਅਦ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਹੈ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਔਰ ਸੰਵਿਧਾਨ ਦੇ ਵਿੱਚ ਵੀ ਇਹ ਗੱਲ ਲਿਖੀ ਗਈ ਆ ਵੀ ਦੇਸ਼ ਦੇ ਬਜਟ ਦਾ 10% ਹਿੱਸਾ ਜਿਹੜਾ ਆ ਉਹ ਐਜੂਕੇਸ਼ਨ ਤੇ ਲੱਗੇਗਾ। ਲੇਕਿਨ ਹੈਰਾਨਗੀ ਦੀ ਔਰ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦੀ 73 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਐਜੂਕੇਸ਼ਨ ਦੇ ਉੱਤੇ 2.3% ਹਿੱਸਾ ਜਿਹੜਾ ਆ ਉਹ ਦੇਸ਼ ਦੇ ਬਜਟ ਦਾ ਲੱਗਾ, ਔਰ ਉਹ ਵੀ ਹਜੇ ਤੱਕ ਆ ਘੁਟਾਲਿਆਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਚਾਹੇ ਉਹ ਧਰਮਸੋਤ ਨੇ ਘੁਟਾਲਾ ਕੀਤਾ ਹੋਵੇ ਤੇ ਚਾਹੇ ਕੇਂਦਰ ਦੇ ਕਿਸੇ ਮਿਨਿਸਟਰਾਂ ਨੇ ਕੀਤਾ ਹੋਵੇ। ਲੇਕਿਨ ਮੈਂ ਸਭ ਤੋਂ ਵੱਡੀ ਗੱਲ ਤੁਹਾਡੇ ਮੂਹਰੇ ਕੀ ਸਾਂਝੀ ਕਰਨੀ ਚਾਹੁੰਦਾ ਸੀ ਕਿ ਇਹ ਜਿਹੜੇ ਲੋਕ, ਚਾਹੇ ਉਹ ਸੋਮ ਪ੍ਰਕਾਸ਼ ਜੀ ਅੱਜ ਮੈਂਬਰ ਆਫ ਪਾਰਲੀਮੈਂਟ ਆ, ਇਸ ਤੋਂ ਪਹਿਲਾਂ ਫਗਵਾੜੇ ਦੇ ਵਿੱਚ ਇਹ ਵਿਧਾਨ ਸਭਾ ਦੇ 7 ਸਾਲ ਮੈਂਬਰ ਵੀ ਰਹੇ ਆ, ਚਾਹੇ ਵਿਜੇ ਸਾਂਪਲਾ ਆ 5 ਸਾਲ ਲੋਕ ਸਭਾ ਦਾ ਮੈਂਬਰ ਵੀ ਰਿਹਾ, ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਵੀ ਰਿਹਾ, ਕੇਂਦਰ ਦੇ ਵਿੱਚ ਰਾਜ ਮੰਤਰੀ ਵੀ ਰਿਹਾ, ਤੇ ਚਾਹੇ ਰਾਜੇਸ਼ ਬਾਘਾ ਜਿਹੜਾ SC ST ਕਮਿਸ਼ਨ ਦਾ ਚੇਅਰਮੈਨ ਰਿਹਾ, ਔਰ ਜਿਹੜਾ RSS ਦਾ ਬੜਾ ਕੇਡਰਾਈਜ਼ ਵਰਕਰ ਆ। ਇਹਨਾਂ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ 2007 ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਹੈ ਉਹ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ 2007 ਦੇ ਵਿੱਚ, 2010 ਦੇ ਵਿੱਚ ਰਿਵਿਊ ਕੀਤੀ, ਔਰ ਉਸ ਸਕੀਮ ਦੀ ਕਾਪੀ ਮੇਰੇ ਕੋਲ ਆ ਜਿਹਦੇ ਵਿੱਚ 100% ਜਿਹੜਾ ਸ਼ੇਅਰ ਆ ਉਹ ਕੇਂਦਰ ਦੀ ਸਰਕਾਰ ਦਾ ਆ। ਤਾਂ ਸਟੇਟ ਨੇ ਜਿਹੜਾ ਹੈਗਾ ਸਿਰਫ ਉਸ ਸਕੀਮ ਨੂੰ ਲਾਗੂ ਕਰਨਾ, ਪੈਸਾ ਇਹਨਾਂ ਦਾ ਨਹੀਂ, ਪੈਸਾ ਜਿਹੜਾ ਹੈਗਾ ਉਹ ਕੇਂਦਰ ਦਾ ਆ। ਔਰ 2010 ਤੋਂ ਲੈ ਕੇ 2014 ਤੱਕ 4 ਸਾਲ ਜਿਹੜੀ ਸਰਕਾਰ ਆ ਉਹ ਰਹੀ ਕਾਂਗਰਸ ਪਾਰਟੀ ਦੀ। 2014 'ਚ ਭਾਰਤੀ ਜਨਤਾ ਪਾਰਟੀ ਆਉਂਦੀ ਆ ਕੇਂਦਰ ਦੇ ਵਿੱਚ, ਔਰ 2017 ਤੱਕ ਸਰਕਾਰ ਪੰਜਾਬ 'ਚ ਰਹਿੰਦੀ ਆ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ। 7 ਸਾਲਾਂ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਸਾਡੇ ਲੱਖਾਂ ਸਟੂਡੈਂਟ ਜਿਹੜੇ ਆ ਕਾਲਜਾਂ ਦੇ ਵਿੱਚ ਜਲੀਲ ਹੁੰਦੇ ਰਹੇ, ਸਾਡੇ ਲੱਖਾਂ ਸਟੂਡੈਂਟ ਜਿਹੜੇ ਆ ਯੂਨੀਵਰਸਿਟੀਆਂ 'ਚ ਜਲੀਲ ਹੁੰਦੇ ਰਹੇ, ਸਾਡੇ ਹਜ਼ਾਰਾਂ ਸਟੂਡੈਂਟਸ ਨੂੰ ਉਹਨਾਂ ਦੀਆਂ ਡਿਗਰੀਆਂ, ਉਹਨਾਂ ਦੇ ਸਰਟੀਫਿਕੇਟ ਨਹੀਂ ਮਿਲੇ। ਅਸੀਂ ਕਈ ਵਾਰ ਧਰਨੇ ਲਗਾਏ, ਅਸੀਂ ਕਈ ਵਾਰ ਇਹਨਾਂ ਨੂੰ ਲਿਖ ਕੇ ਭੇਜਿਆ ਵੀ ਭਾਈ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰੋ। SC ST ਕਮਿਸ਼ਨ ਦਾ ਚੇਅਰਮੈਨ ਹੋਣ ਦੇ ਨਾਤੇ ਰਾਜੇਸ਼ ਬਾਘਾ ਨੂੰ ਅਸੀਂ ਕਈ ਵਾਰ ਜਿਹੜਾ ਹੈਗਾ ਇਹਦੇ ਲਈ ਉਹਨੂੰ ਜਾਗਰੂਕ ਕਰਾਉਣ ਦੀ ਕੋਸ਼ਿਸ਼ ਕੀਤੀ। ਈਵਨ ਕਿ SC ST ਕਮਿਸ਼ਨ ਨੂੰ ਤਲਬ ਕੀਤਾ ਗਿਆ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਤਲਬ ਕੀਤਾ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਜਿਹੜੀ ਔਨ ਰਿਕਾਰਡ ਗੱਲ ਹੈ। ਤਲਬ ਕੀਤਾ ਗਿਆ ਹਾਈ ਕੋਰਟ ਦੇ ਵਿੱਚ
ਕਿ ਜਦੋਂ ਸਰਕਾਰ ਨੂੰ ਤਲਬ ਕੀਤਾ ਉਹਦੇ ਵਿੱਚ ਅਸੀਂ ਕਿਹਾ ਬਈ ਤੁਸੀਂ SC ST ਕਮਿਸ਼ਨ ਨੂੰ ਵੀ ਤਲਬ ਕਰੋ ਤਾਂ ਕਿ ਉਹ ਵੀ ਪਤਾ ਲੱਗੇ ਉਹਨਾਂ ਦਾ ਕੀ ਰੋਲ ਹੈ, ਉਹ ਇਕੱਲੇ ਤਨਖਾਹ ਖਾਣ ਨੂੰ ਬੈਠੇ ਜੀ ਜਦੋਂ ਇਹਨੂੰ ਤਲਬ ਕੀਤਾ ਤਾਂ SC ST ਕਮਿਸ਼ਨ ਬਤੌਰ ਚੇਅਰਮੈਨ ਰਜੇਸ਼ ਵਾਘਾ ਦਾ ਐਫੀਡੇਵਿਟ ਕੋਰਟ ਦੇ ਵਿੱਚ ਗਿਆ ਕਿ ਇਹ ਜਿਹੜੀ ਸਕੀਮ ਕੇਂਦਰ ਦੀ ਆ, ਇਹਨੂੰ ਲਾਗੂ ਸਟੇਟ ਨੇ ਕਰਨਾ, ਇਹ 'ਚ SC ST ਕਮਿਸ਼ਨ ਦਾ ਕੋਈ ਰੋਲ ਨਹੀਂ। ਉਸ ਵੇਲੇ ਦਲਿਤ ਬਚਾਓ ਯਾਤਰਾ ਜਿਹੜੀ ਉਸ ਵੇਲੇ ਦਲਿਤਾਂ ਨੂੰ ਬਚਾਉਣ ਦੀ ਗੱਲ ਸੀ, ਜਦੋਂ ਇਹ ਅਹੁਦੇ ਤੇ ਬੈਠੇ ਸੀ ਉਦੋਂ ਨਹੀਂ ਬਚਾਇਆ। ਸਕੀਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਇਹਨਾਂ ਨੇ, ਇਹ ਕੋਈ ਨਹੀਂ ਬੋਲਿਆ। 2015 ਦੇ ਵਿੱਚ 17 ਨਵੰਬਰ 2015 ਨੂੰ ਮੈਂ ਸੋਮ ਪ੍ਰਕਾਸ਼ ਜੀ ਦੇ ਘਰ ਦੇ ਬਾਹਰ 1000 ਤੋਂ ਵੱਧ ਸਟੂਡੈਂਟ ਲੈ ਕੇ ਗਿਆ ਵੀ ਆਹ ਸਟੂਡੈਂਟ ਦੇ 3 ਦਿਨ ਬਾਅਦ ਪੇਪਰ ਆ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਰੋਲ ਨੰਬਰ ਦਿਲਵਾਓ। ਅਸੀਂ ਮੰਗ ਪੱਤਰ ਦਿੱਤਾ ਅੱਜ ਤੋਂ ਉਸ ਤੋਂ 10-12 ਦਿਨ ਪਹਿਲਾਂ, ਲੇਕਿਨ ਕੀ ਹੋਇਆ, ਸਾਨੂੰ ਰੋਲ ਨੰਬਰ ਤਾਂ ਕੀ ਦਿਲਵਾਉਣੇ ਸੀ, ਸੋਮ ਪ੍ਰਕਾਸ਼ ਜੀ ਦੀ ਪੰਜਾਬ ਦੇ ਸਰਕਾਰ, ਫਗਵਾੜੇ ਦੇ ਕਾਲਜ, ਫਗਵਾੜੇ ਦੇ ਸਟੂਡੈਂਟ, ਔਰ ਸਾਡੇ ਤੇ ਉੱਤੇ ਝੂਠਾ ਪਰਚਾ 283 188 ਦਾ ਮੇਰੇ ਤੇ ਪਰਚਾ ਦਰਜ ਕਰਵਾਇਆ ਔਰ ਉਸ ਤੋਂ ਬਾਅਦ 'ਚ ਮੈਨੂੰ 751 ਦੇ ਵਿੱਚ 10 ਦਿਨ ਲਈ ਜੇਲ੍ਹ ਭਜਵਾਇਆ। ਮੈਨੂੰ ਜ਼ਮਾਨਤ ਨਹੀਂ ਦਿੱਤੀ, 10 ਦਿਨ ਲਈ ਜੇਲ੍ਹ ਭੇਜਿਆ ਗਿਆ। ਉਦੋਂ ਦਲਿਤ ਉਹ ਬੇਟੀਆਂ, ਉਹ ਬੱਚੇ, ਉਹ ਦਲਿਤਾਂ ਦੇ ਨਹੀਂ ਸੀ ਤੇ ਇਹ ਦਲਿਤ ਨਹੀਂ ਸੀ। ਤੇ ਵਿਜੇ ਸਾਂਪਲਾ ਜੀ ਇਹਨੂੰ ਕਿੰਨੀ ਵਾਰ ਮੰਗ ਪੱਤਰ ਦਿੱਤੇ, ਕੇਂਦਰ ਦੇ ਵਿੱਚ ਵਜ਼ੀਰ ਹੋਵੇ, ਪੰਜਾਬ 'ਚ ਇਹਨਾਂ ਦੀ ਸਰਕਾਰ ਹੋਵੇ ਤੇ ਇਹ ਬੰਦੇ ਝੱਗਾ ਚੱਕ ਕੇ ਦਿਖਾਲ ਦੇਣ ਬਈ ਨਹੀਂ, ਤੇ ਉਦਣ ਦਲਿਤਾਂ ਦੀ ਕਿੱਥੇ ਗਈ। ਇਹ ਐਜੂਕੇਸ਼ਨ ਦਾ ਜਲੂਸ ਇਹਨਾਂ ਨੇ ਕੱਢ ਦਿੱਤਾ। ਸਰਕਾਰੀ ਅਦਾਰੇ ਜਿੰਨੇ ਗੌਰਮੈਂਟ ਸੈਕਟਰ ਹੈਗਾ ਉਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਔਰ ਉਹਦਾ ਮੇਨ ਕਾਰਨ ਕੀ ਹੈ ਪ੍ਰਾਈਵੇਟ ਸੈਕਟਰ ਕਰਨ ਦਾ, ਕਿ ਜਿਹੜੇ ਪ੍ਰਾਈਵੇਟ ਸੈਕਟਰ ਕੀਤਾ ਜਾ ਰਿਹਾ ਉਹਦੇ ਵਿੱਚ ਭਾਰਤੀ ਸੰਵਿਧਾਨ ਦੇ ਮੁਤਾਬਕ ਸਾਨੂੰ 22.5% ਨੌਕਰੀਆਂ 'ਚ ਰਿਜ਼ਰਵੇਸ਼ਨ ਆ। ਨੌਕਰੀਆਂ ਦੀ ਸਿੱਧੀ ਰਿਜ਼ਰਵੇਸ਼ਨ ਇਹ ਖਤਮ ਨਹੀਂ ਕਰ ਸਕਦੇ। ਜਦੋਂ ਸਿੱਧੀ ਕਰਨਗੇ ਤਾਂ ਲੋਕਾਂ ਨੇ ਇਹਨਾਂ ਦੁਆਲੇ ਡਾਂਗ ਚੁੱਕਣੀ ਆ ਜਿੱਦਾਂ ਹੁਣ ਚੁੱਕੀ ਆ ਸੜਕਾਂ ਤੇ। ਲੇਕਿਨ ਇਹਨਾਂ ਨੂੰ ਇਹ ਕਿਹਾ ਵੀ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਉਂਸਰੀ। ਉਹ ਸਰਕਾਰੀ ਸੈਕਟਰ ਹੀ ਖਤਮ ਕਰ ਦਿਓ, ਪ੍ਰਾਈਵੇਟ ਸੈਕਟਰ ਸਾਰਾ ਕੁਝ ਕਰ ਦਿਓ ਤੇ ਰਿਜ਼ਰਵੇਸ਼ਨ ਆਪਣੇ ਆਪ ਖਤਮ। ਇਹਨਾਂ 'ਚ ਨਹੀਂ ਕੋਈ ਬੋਲਿਆ। ਇੱਕ ਵਾਰ ਫਿਰ ਉੱਥੇ ਹੀ ਆ ਜਾਂਦਾ, ਕਿਉਂਕਿ ਜਦੋਂ ਲੰਬੀ ਗੱਲ ਜਾਂਦੀ ਹੈ ਕਈ ਵਾਰੀ ਫਿਰ ਉਹ ਸਿਆਸੀ ਪਹਿਲੂ ਵੀ ਤੁਹਾਡਾ ਜਿਹੜਾ ਉਹ ਨਜ਼ਰ ਆ ਜਾਂਦਾ, ਕਿਉਂਕਿ ਇੱਕ ਨੇਤਾ ਹੋਣ ਦੇ ਨਾਲ, ਹਾਂ ਇੱਕ ਨੇਤਾ ਹੋਣ ਦੇ ਨਾਤੇ ਉਹ ਤੁਹਾਡੇ ਲਈ ਜ਼ਰੂਰੀ ਵੀ ਹੋ ਜਾਂਦਾ ਤੇ ਤੁਹਾਡੀ ਮਜਬੂਰੀ ਵੀ ਹੋ ਜਾਂਦੀ ਹੈ, ਦੋਨੋਂ ਚੀਜ਼ਾਂ। ਪਰ ਮੈਂ ਫਿਰ ਉੱਥੇ ਹੀ ਆਨਾ ਕਿ ਪੰਜਾਬ ਦਾ ਦਲਿਤ ਜਿਹੜਾ ਆ ਕਿੰਨਾ ਕੁ ਜਾਗਰੂਕ ਹੈਗਾ ਆ। ਹੁਣ ਤੁਹਾਡੇ ਵਰਗੇ ਆਗੂ ਜਿਹੜੇ ਆ ਉਹਨਾਂ ਤੋਂ ਉਮੀਦ ਰੱਖਦੇ ਕਿ ਉਹ ਜਾਗਰੂਕ ਨੇ, ਪਰ ਜਿਹੜਾ ਆਮ ਦਲਿਤ ਹੈ ਕਿੰਨਾ ਕੁ ਜਾਗਰੂਕ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਹਰ ਸਿਆਸੀ ਪਾਰਟੀ ਦੇ ਵਿੱਚ ਐਸੀ ਵਿੰਗ ਬਣਿਆ ਹੋਇਆ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਜਪਾ ਆ, ਚਾਹੇ ਉਹ ਕੋਈ ABCD ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਐਸੀ ਵਿੰਗ ਬਣੇ ਹੋਏ ਆ। ਉਹਦੇ ਨਾਲ ਜਿਹੜਾ ਆ ਉਹ ਡਿਵਾਈਡ ਹੋ ਜਾਂਦਾ ਆ ਪੰਜਾਬ ਦਾ ਦਲਿਤ, ਔਰ ਇੱਕ ਧਿਰ ਦੇ ਨਾਲ ਜੁੜਿਆ ਹੋਇਆ ਨਜ਼ਰ ਨਹੀਂ ਆਉਂਦਾ। ਜਦੋਂ ਦਲਿਤ ਇਕਜੁੱਟ ਨਹੀਂ ਆ, ਜਾਗਰੂਕ ਨਹੀਂ ਆ ਆਪਣੇ ਹੱਕਾਂ ਲਈ, ਤੇ ਫਿਰ ਕਿਉਂ ਨਾ ਇਹ ਸਿਆਸੀ ਪਾਰਟੀਆਂ ਨੂੰ ਇਸਤੇਮਾਲ ਕਰਨ। ਕਿਸ ਤਰੀਕੇ ਨਾਲ ਦੇਖਦੇ ਆ ਇਸ ਵੇਲੇ ਜਿਹੜਾ ਦਲਿਤ ਹੈ ਕਿੰਨਾ ਸਿਆਸੀ ਤੌਰ ਤੇ ਜਾਗਰੂਕ ਹੈ ਤੇ ਕਿੰਨਾ ਕੁ ਜਿਹੜਾ ਉਹਨੂੰ ਮੂਰਖ ਬਣਾਉਣ ਦੀ ਕੋਸ਼ਿਸ਼। ਮੈਂ ਉਹੀ ਗੱਲ ਕਰ ਰਿਹਾ ਕਿ ਜੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗੇਗਾ ਤੇ ਲੋਕ ਜਾਗਰੂਕ ਨਹੀਂ ਹੋਣਗੇ। ਜੇ ਜਾਗਰੂਕ ਨਹੀਂ ਹੋਣਗੇ ਤਾਂ ਉਹ ਸਹੀ ਫੈਸਲਾ ਨਹੀਂ ਲੈ ਪਾਣਗੇ। ਮੈਂ ਇੱਥੇ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਦਲਿਤ ਸਮਾਜ ਜਿਹੜਾ ਸਭ ਤੋਂ ਵੱਡਾ ਹਿੱਸਾ ਜਿਹੜਾ ਆ ਉਹ ਮੈਜੋਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਆਪਣੀ ਮਾਂ ਸਮਝਦਾ ਸੀ ਵੀ ਸਾਡੀ ਮਾਂ ਪਾਰਟੀ ਆ ਜੀ। ਬਹੁਤ ਵੱਡਾ ਹਿੱਸਾ, ਕਿਉਂਕਿ ਜਦੋਂ ਕਾਂਗਰਸ ਦੇ 1984 ਦੇ ਵਿੱਚ 425 ਮੈਂਬਰ ਆਫ ਪਾਰਲੀਮੈਂਟ ਜਿੱਤ ਕੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਸੀ ਤੇ ਘਰਾੜੇ ਮਾਰ ਕੇ ਸੌਂਦੀ ਹੁੰਦੀ ਸੀ ਕਾਂਗਰਸ, ਤੇ ਅੱਜ ਦੇਖ ਲਓ ਵੀ ਕਿੰਨੀਆਂ ਪਾਰਟੀਆਂ ਰਲ ਕੇ ਕੇਂਦਰ ਦੇ ਵਿੱਚ ਸਰਕਾਰ ਬਣਾਉਂਦੀਆਂ। ਕਿਉਂਕਿ ਦਲਿਤ ਵੋਟ ਬੈਂਕ ਜਿਹੜਾ ਹੈਗਾ ਉਹ ਥੱਲੇੋਂ ਖਿਸਕ ਗਿਆ। ਜਿਹੜਾ ਉਹਨੂੰ ਕਾਂਗਰਸ ਨੂੰ ਆਪਣੀ ਮਾਂ ਸਮਝਦਾ ਸੀ ਉਹਨਾਂ ਨੂੰ ਸਮਝ ਆ ਗਈ ਵੀ ਕਾਂਗਰਸ ਸਾਡੀ ਸੁਤੇਲੀ ਮਾਂ ਨਿਕਲੀ। ਇਹਨੇ ਸਾਡੇ ਨਾਲ ਮਾਂ ਦਾ ਰੋਲ ਨਹੀਂ ਪਲੇ ਕੀਤਾ, ਇਹਨੇ ਸਾਡੇ ਨਾਲ ਨਰਸ ਦਾ ਰੋਲ ਪਲੇ ਕੀਤਾ। ਇਹ ਗੱਲ ਸਮਝ ਆ ਗਈ। ਪਰ ਇਹ ਗੱਲਾਂ ਮੈਂ ਤਾਂ ਕਹਿ ਰਿਹਾ, ਜੇ ਅੱਜ ਤੁਹਾਡੇ ਮੰਚ ਤੋਂ ਵੀ ਲੋਕਾਂ ਤੱਕ ਗੱਲ ਨਹੀਂ ਪਹੁੰਚੇਗੀ ਤਾਂ ਲੋਕ ਅਵੇਅਰ ਕਿੱਦਾਂ ਹੋਣਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਜਾਣੀਆਂ ਜ਼ਰੂਰੀ ਹੈ। ਫੈਸਲਾ ਲੋਕਾਂ ਨੇ ਹੀ ਕਰਨਾ, ਇਹ ਗੱਲ ਲੋਕਾਂ ਨੇ ਹੀ ਦੱਸਣੀ ਆ ਵੀ ਅਸੀਂ ਜਿਹੜਾ ਹੈਗਾ ਕੀ ਫੈਸਲਾ ਲੈਣਾ। ਲੇਕਿਨ ਗੱਲ ਤਾਂ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ। ਮੈਂ ਤਾਂ ਇਹਨਾਂ ਚਿਹਰਿਆਂ ਨੂੰ ਬੇਨਕਾਬ ਕਰਨ ਦੀ ਗੱਲ, ਜਿਹੜੇ ਅੱਜ ਦਲਿਤ ਬਚਾਓ ਯਾਤਰਾ ਕੱਢ ਰਹੇ ਆ, ਮੈਂ ਉਹਨਾਂ ਚਿਹਰਿਆਂ ਨੂੰ ਬੇਨਕਾਬ ਕਰਨ ਦੀ ਗੱਲ ਕਰ ਰਿਹਾ ਕਿ ਜਦੋਂ ਇਹ ਅਹੁਦਿਆਂ ਤੇ ਬਿਰਾਜਮਾਨ ਸੀਗੇ ਉਸ ਵੇਲੇ ਬੋਲੇ ਨਹੀਂ। ਆ ਹੁਣ ਦੇ ਐਪੀਸੋਡ ਲਾ ਲਓ, ਆਪਾਂ ਹੁਣ ਦੇ ਐਪੀਸੋਡ ਲਾ ਲੈਂਦੇ ਹਾਂ, ਜ਼ਿਆਦਾ ਦੂਰ ਦੀਆਂ ਗੱਲਾਂ ਨਹੀਂ। ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉੱਥੇ ਦਲਿਤਾਂ ਤੇ ਕਿੰਨੇ ਜ਼ੁਲਮ ਹੋਏ। ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਉੱਥੇ ਦਲਿਤਾਂ ਨੂੰ ਗੱਡੀਆਂ ਨਾਲ ਬੰਨ੍ਹ ਕੇ ਨੰਗੇ ਕਰ ਕੁੱਟਿਆ ਗਿਆ। ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਉੱਥੇ ਦਲਿਤਾਂ ਨੂੰ ਘੋੜੀ ਤੇ ਚੜ੍ਹਨ ਦੇ ਕਰਕੇ ਅਪਰਾਧ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ। ਮੁੱਛ ਰੱਖਣ ਦੇ ਉੱਤੇ ਦਲਿਤਾਂ ਦੇ ਕਤਲ ਹੁੰਦੇ ਆ। ਤੇ ਇੱਥੇ ਭਾਰਤੀ ਜਨਤਾ ਪਾਰਟੀ ਦੀ ਉੱਥੇ ਕਿਉਂ ਨਹੀਂ ਦਲਿਤ ਬਚਾਓ ਯਾਤਰਾ ਹੋ ਰਹੀ। ਹਾਥਰਸ ਘਟਨਾ ਹੋਈ ਹੈ, ਉੱਥੇ ਕਿਉਂ ਨਹੀਂ ਜਿਹੜਾ ਹੈਗਾ ਇਹ ਦਲਿਤ ਬਚਾਓ ਯਾਤਰਾ ਹੋਈ। ਸਹਾਰਨਪੁਰ ਦੇ ਵਿੱਚ ਕਾਂਡ ਹੋਇਆ, ਉੱਥੇ ਕਿਉਂ ਨਹੀਂ ਦਲਿਤ ਬਚਾਓ ਯਾਤਰਾ ਹੋਈ। ਗੋਹਾਨਾ ਕਾਂਡ ਹੋਇਆ, ਉੱਥੇ ਕਿਉਂ ਨਹੀਂ ਦਲਿਤ ਬਚਾਓ ਯਾਤਰਾ ਹੋਈ। ਜੇ ਪੰਜਾਬ ਦੇ ਵਿੱਚ
ਅੱਜ ਇਹ ਗੱਲ ਕਹਿ ਰਹੇ ਆ ਤਾਂ ਮੈਂ ਇਹਨੂੰ ਕਹਿਣਾ ਚਾਹੁੰਦਾ ਵੀ ਉਹ ਮਾਲਵੇ ਦੀ ਧਰਤੀ ਦਾ ਉਹ ਜਿਹੜਾ ਇੱਕ ਬੇਟੀ ਦਾ ਬਾਪ ਜਿਹਦੀਆਂ ਲੱਤਾਂ ਤੇ ਬਾਹਾਂ ਕੱਟ ਦਿੱਤੀਆਂ ਗਈਆਂ, ਕੀ ਉਹ ਦਲਿਤ ਨਹੀਂ ਸੀ? ਉਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਕਿ ਉਦੋਂ ਕਿਉਂ ਨਹੀਂ ਦਲਿਤ ਬਚਾਓ ਯਾਤਰਾ ਹੋਈ? ਇਹਦਾ ਮਤਲਬ ਇਹ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਆਪਣੇ ਲਈ ਜ਼ਮੀਨ ਤਰਾਸ਼ਣ ਦੇ ਕਰਕੇ ਸਭ ਤੋਂ ਵੱਡਾ ਇਹਨਾਂ ਨੂੰ ਲੱਗਾ ਵੀ ਇਹ ਅਸੀਂ ਇਸ ਵੋਟ ਬੈਂਕ ਨੂੰ ਗੁੰਮਰਾਹ ਕਰ ਸਕਦੇ ਹਾਂ। ਇਹਨਾਂ ਨੂੰ ਇਹ ਲੱਗਦਾ। ਗੱਲ ਮੈਂ ਉਹੀ ਕਰਦਾ ਪਿਆ ਕਿ ਸਿਆਸੀ ਪਾਰਟੀਆਂ ਦਾ ਕੰਮ ਹੈ ਸਿਆਸਤ ਕਰਨਾ। ਉਹਨਾਂ ਨੂੰ ਤਾਂ ਜਿਹੜੀ ਧਿਰ, ਜਿਹੜਾ ਤਬਕਾ, ਜਿਹੜਾ ਸਮੁਦਾਇ ਲੱਗੇਗਾ ਕਿ ਇਹ ਸਾਡਾ ਹੱਥ ਠੋਕਾ ਬਣ ਸਕਦਾ, ਉਹਨਾਂ ਨੇ ਉਹਨੂੰ ਹੱਥ ਠੋਕਾ ਬਣਾਉਣਾ ਆ, ਉਹਨੂੰ ਇਸਤੇਮਾਲ ਕਰਨਾ ਆ। ਹੁਣ ਜੇ ਦਲਿਤਾਂ ਨੂੰ ਉਹ ਆਪਣਾ ਹੱਥ ਠੋਕਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਸਥਿਤੀਆਂ ਦੇ ਵਿੱਚ ਇੱਕ ਦਲਿਤ ਲੀਡਰ ਹੋਣ ਦੇ ਨਾਤੇ ਤੁਸੀਂ ਆਪਣੇ ਸਮਾਜ ਦੇ ਵਿੱਚ ਕਿੱਦਾਂ ਦੀ ਚੇਤਨਤਾ ਫੈਲਾ ਰਹੇ ਹੋ? ਆਪਣੇ ਸਮਾਜ ਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਕੀ ਦੇਖਦੇ ਹੋ ਕਿ ਕੀ ਇਸ ਸਮਾਜ ਦੇ ਵਿੱਚ ਇੰਨੀ ਸਿਆਸੀ ਤੌਰ ਤੇ ਚੇਤਨਤਾ ਹੈਗੀ ਆ, ਜਾਗਰੂਕ ਹੈਗੇ ਆ ਇਹ ਕਿ ਜੇ ਕਿਸੇ ਦਾ ਹੱਥ ਠੋਕਾ ਬਣਨ ਦੀ ਬਜਾਏ ਆਪ ਆਪਣੇ ਪੱਧਰ ਤੇ ਆਪਣੇ ਤਰੀਕੇ ਦੀ ਸਿਆਸਤ ਕਰਨ, ਆਪਣੇ ਨੁਮਾਇੰਦਿਆਂ ਨੂੰ ਆਪਣੇ ਹੱਕਾਂ ਬਾਰੇ ਜਾਣੂ ਕਰਵਾਉਣ ਜਾਂ ਜਾਣੂ ਹੋਣ? ਉਹ ਸਾਰੀਆਂ ਚੀਜ਼ਾਂ ਦੋਨਾਂ ਦੇ ਵਿੱਚੋਂ ਕੀ ਤੁਹਾਨੂੰ ਨਜ਼ਰ ਆਇਆ? ਜਾਗਰੂਕ ਪੂਰੇ ਤਰੀਕੇ ਨਾਲ ਹੈਗੇ ਆ ਜਾਂ ਅਜੇ ਖਾਮੀਆਂ ਹੈਗੀਆਂ, ਹਾਲੇ ਹੱਥ ਠੋਕਾ ਬਣ ਰਿਹਾ? ਬਹੁਤ ਸਾਰੀਆਂ ਕਮੀਆਂ ਹੈਗੀਆਂ ਸਮਾਜ ਦੇ ਅੰਦਰ, ਜਿਨ੍ਹਾਂ ਨੂੰ ਮੈਂ ਮੰਨਦਾ ਹਾਂ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਆ, ਲੇਕਿਨ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ। ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ, ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਦੇਖੋ, ਜਿਹੜੀ ਪੰਜਾਬ ਦੀ ਧਰਤੀ ਹੈ ਉਹ ਗੁਰੂਆਂ ਪੀਰਾਂ ਰਹਿਬਰਾਂ ਦੀ ਧਰਤੀ ਹੈਗੀ ਹੈ। ਤਾਂ ਗੁਰੂਆਂ ਪੀਰਾਂ ਰਹਿਬਰਾਂ ਦਾ ਜਿਹੜਾ ਸੰਦੇਸ਼ ਹੈ, ਉਹੀ ਸੰਦੇਸ਼ ਜਿਹੜਾ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੰਦੇਸ਼ ਹੈ। ਉਹੀ ਸੰਦੇਸ਼ ਜਿਹੜਾ ਹੈਗਾ ਉਹ ਆਉਣ ਵਾਲੇ ਇਸ ਵੇਲੇ ਜਿਹੜੇ ਸਾਡੇ ਬੁੱਧੀਜੀਵੀ ਆ, ਕੁਝ ਲੋਕ ਜਿਹੜੇ ਹੈਗੇ ਆ, ਉਹਨਾਂ ਸੰਦੇਸ਼ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ। ਅਸੀਂ ਆਪਣੇ ਵੱਲੋਂ ਲੱਗੇ ਹੋਏ ਹਾਂ। ਅਸੀਂ ਇੱਕ ਗੱਲ ਜ਼ਰੂਰ ਜਿਹੜੀ ਆ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ, ਕਿਉਂਕਿ ਜੇ ਦਲਿਤ ਸਮਾਜ ਜਿਹੜਾ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਮੂਹਰੇ ਰੱਖ ਕੇ ਫੈਸਲੇ ਲੈਂਦਾ ਰਿਹਾ, ਫਿਰ ਤਾਂ ਸਾਡਾ ਨੁਕਸਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਨਿੱਕੇ ਸਵਾਰਥਾਂ ਨੂੰ ਮੂਹਰੇ ਰੱਖ ਕੇ ਇਹ ਸਮਾਜ ਨੂੰ ਇਹਨਾਂ ਨੇ ਵਰਤਿਆ ਆ, ਤੇ ਸਮਾਜ ਵੀ ਜਿਹੜਾ ਹੈਗਾ ਉਹ ਨਿੱਕੇ ਸਵਾਰਥਾਂ ਨੂੰ ਮੂਹਰੇ ਰੱਖ ਕੇ ਮੌਕੇ ਤੇ ਜਾ ਕੇ ਗੁੰਮਰਾਹ ਹੁੰਦਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਾਨੂੰ ਸਭ ਤੋਂ ਵੱਡਾ ਅਧਿਕਾਰ ਜਿਹੜਾ ਵੋਟ ਦਾ ਲੈ ਕੇ ਦਿੱਤਾ। ਹੁਣ ਇੱਥੇ ਲੜਾਈ ਜਿਹੜੀ ਦੇਸ਼ ਦੇ ਅੰਦਰ ਲੋਕਤੰਤਰ ਆ, ਡਾਂਗ ਤਲਵਾਰ ਦੀ ਲੜਾਈ ਥੋੜੀ ਆ, ਇਹ ਤਾਂ ਦਿਮਾਗ ਦੀ ਲੜਾਈ ਆ। ਹੁਣ ਤੁਸੀਂ ਆਪਣੇ ਵੋਟ ਦਾ ਸਹੀ ਮਾਇਨਿਆਂ ਦੇ ਵਿੱਚ ਆਪਣੇ ਹੱਕ ਦੇ ਵਿੱਚ ਇਸਤੇਮਾਲ ਕਿੱਦਾਂ ਕਰਨਾ, ਇਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। ਔਰ ਉਹ ਮੌਕਾ ਜਿਹੜਾ ਹੈਗਾ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਪ੍ਰਦਾਨ ਕਰ ਦਿੱਤਾ। ਤੇ ਇਹੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਉਸ ਵੋਟ ਦੇ ਹੱਕ ਨੂੰ, ਉਸ ਹਥਿਆਰ ਨੂੰ ਵਰਤਣ ਲਈ ਕੀ ਸਮਾਜ ਜਾਗਰੂਕ ਹੈਗਾ? ਤੁਸੀਂ ਲੀਡਰ ਹੋਣ ਦੇ ਨਾਤੇ ਉਹਨਾਂ ਜਾਗਰੂਕ ਕੀਤਾ ਉਹਨਾਂ ਨੂੰ? ਬਿਲਕੁਲ ਜੀ, ਅਸੀਂ ਉਹੀ ਕਰ ਰਹੇ ਹਾਂ। ਅੱਜ ਦੇਖੋ, ਅੱਜ ਜੇ ਲੋਕ ਇਹਨਾਂ ਦੇ ਆਪ ਮੁਹਾਰੇ ਵਿਰੋਧ ਕਰ ਰਹੇ ਆ, ਲੋਕ ਆਪ ਮੁਹਾਰੇ ਵਿਰੋਧ ਕਰ ਰਹੇ ਆ, ਅੱਜ ਲੋਕਾਂ ਨੂੰ ਇਸ ਗੱਲ ਦਾ ਸਪਸ਼ਟ ਸਬੂਤ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਦਲਿਤ ਬਚਾਓ ਯਾਤਰਾ ਕੱਢੀ ਔਰ ਉਹਨਾਂ ਦੀ ਦਲਿਤ ਬਚਾਓ ਯਾਤਰਾ ਜਿਹੜੀ ਆ ਉਹ ਕੰਪਲੀਟ ਨਹੀਂ ਹੋਣ ਦਿੱਤੀ। ਲੋਕਾਂ ਨੇ ਰਸਤੇ 'ਚੋਂ ਰੋਕ ਦਿੱਤੀ। ਇਹ ਇੱਕ ਇਸ ਗੱਲ ਦਾ ਸੰਦੇਸ਼ ਆ। ਉਹਨਾਂ ਨੂੰ ਕਿਸੇ ਨੇ ਤਿਆਰ ਨਹੀਂ ਸੀ ਕੀਤਾ। ਉਹ ਲੋਕ ਆਪਣੇ ਆਪ ਸੜਕਾਂ 'ਤੇ ਆਏ ਵੀ ਇਹ ਲੋਕ ਜਿਹੜੇ ਹੈਗੇ ਆ ਇਹ ਸਾਡੇ ਨਾਲ ਗੇਮ ਕਰ ਰਹੇ ਆ। ਲੋਕ ਇਹਨਾਂ ਦੀ ਗੇਮ ਸਮਝ ਗਏ। ਦੂਸਰਾ, ਇੱਕ ਅੱਜ ਦੀ ਘਟਨਾ ਮੈਂ ਤੁਹਾਡੇ ਕੋਲੋਂ ਜਿਹੜਾ ਹੈਗਾ ਮੈਨੂੰ ਪਤਾ ਲੱਗਾ, ਜਾਣਕਾਰੀ ਮਿਲੀ ਕਿ ਇਹਨਾਂ ਦੇ ਇੱਕ ਲੀਡਰ ਨੂੰ ਕਰਤਾਰਪੁਰ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਦਾਂ ਹੀ ਇਹਨਾਂ ਦੇ ਲੀਡਰ ਨੂੰ ਨਵਾਂ ਸ਼ਹਿਰ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉੱਥੇ ਟਕਰਾਅ ਵੀ ਹੋ ਗਿਆ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਲੋਕ ਅੱਜ ਦਲਿਤ ਬਚਾਓ, ਮੈਂ ਤਾਂ ਲੋਕਾਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਕਿ ਲੋਕਾਂ ਨੂੰ ਪਤਾ ਲੱਗੇ। ਉਹ ਜਿਹੜੀ, ਕਿਉਂਕਿ ਮੈਮਰੀ ਬੜੀ ਇਹਨਾਂ ਦੀ ਘੱਟ ਆ, ਸਾਡੇ ਸਮਾਜ ਦੇ ਲੋਕਾਂ ਦੀ ਮੈਮਰੀ ਬੜੀ ਘੱਟ ਹੈ, ਕਿਉਂਕਿ ਹੋਰ ਇਹ ਮਜਬੂਰੀਆਂ ਬਹੁਤ ਆ। ਲੜਾਈ ਢਿੱਡ ਤੱਕ ਸੀਮਤ ਕਰ ਦਿੱਤੀ ਆ। ਇਹ ਹੋਰ ਤਾਂ ਬਾਹਲਾ ਵੱਡਾ ਕੀ ਸੋਚਣਗੇ? ਇਹਨਾਂ ਦੀ ਲੜਾਈ, ਇਹਨਾਂ ਨੂੰ ਤਾਂ ਸਵੇਰ ਨੂੰ ਰੋਟੀ ਖਾ ਲਈ ਤਾਂ ਇਹ ਸੰਦੇ ਪਏ ਹੋਵੇ ਰਾਤ ਦੀ ਕਿੱਥੋਂ ਖਾਣੀ ਆ। ਜੇ ਰਾਤ ਦੀ ਖਾ ਕੇ ਸੁੱਤੇ ਆ ਤਾਂ ਇਹ ਸੰਦੇ ਪਏ ਹੋ ਸਵੇਰ ਦੀ ਕਿੱਥੋਂ ਖਾਣੀ ਆ। ਇਸ ਕਰਕੇ ਲੜਾਈ ਇਹਨਾਂ ਦੀ ਦੁਸ਼ਮਣ ਨੇ ਜਿਹੜੀ ਆ ਉਹ ਢਿੱਡ ਤੱਕ ਸੀਮਤ ਕਰ ਦਿੱਤੀ ਆ। ਪਰ ਇਹ ਗੱਲ ਜਿਹੜੀ ਇਹਨਾਂ ਨੂੰ ਇਸ ਕਰਕੇ ਯਾਦ ਦਿਵਾਉਣਾ ਬਹੁਤ ਜ਼ਰੂਰੀ ਹੈ ਵੀ ਦੇਖਿਓ, ਨਵਾਂ ਸ਼ਹਿਰ ਦੇ ਵਿੱਚ 2015 ਦੇ ਵਿੱਚ ਦਲਿਤ ਸਟੂਡੈਂਟ ਜਦੋਂ ਪਾਰਕ ਦੇ ਵਿੱਚ ਇਕੱਠੇ ਹੋਣ ਲੱਗੇ ਸੀ ਤਾਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਉੱਥੇ ਦਲਿਤਾਂ ਦੇ ਬੱਚਿਆਂ ਦੇ ਉੱਤੇ, ਸਟੂਡੈਂਟਸ ਦੇ ਉੱਤੇ ਜਿਹੜੇ ਆਪਣੇ ਰਾਈਟਸ ਲਈ ਇਕੱਠੇ ਹੋਏ ਸੀ, ਕੋਈ ਉਹਨਾਂ ਨੇ ਰੋਡ ਬਲੌਕ ਨਾ ਸੀ ਕੀਤਾ, ਕਿਤੇ ਪੁਲਿਸ ਦੀ, ਉਹਨਾਂ ਨੂੰ ਉੱਥੇ ਡਾਂਗਾਂ ਦਾ ਸਾਹਮਣਾ ਕਰਨਾ ਪਿਆ, ਜਿਹਦੇ ਵਿੱਚ 3 ਬੱਚੇ ਜਿਹੜੇ ਸਾਡੇ ਇੰਜਰਡ ਹੋਏ, ਜਿਨ੍ਹਾਂ ਦੀਆਂ ਹੱਡੀਆਂ ਵੀ ਟੁੱਟੀਆਂ। ਤੇ ਉਦੋਂ ਇਹ ਕਿੱਥੇ ਗਏ ਸੀ ਦਲਿਤ ਬਚਾਓ ਯਾਤਰਾ ਵਾਲੇ? ਇੱਕ ਚੀਜ਼ ਹੋ ਰਿਹਾ, ਤੁਸੀਂ ਨਾ ਜ਼ਿਕਰ ਛੇੜਿਆ ਕਿ ਇਸ ਸਮਾਜ ਦੀ ਲੜਾਈ ਆ ਜਿਹੜੀ ਉਹ ਢਿੱਡ ਤੱਕ ਸੀਮਤ ਕਰ ਦਿੱਤੀ ਆ ਸਿਆਸੀ ਧਿਰਾਂ ਨੇ। ਇਹਦੇ ਨਾਲ ਤੁਸੀਂ ਡਾਕਟਰ BR ਅੰਬੇਦਕਰ ਦਾ ਜ਼ਿਕਰ ਕੀਤਾ। ਮਸਲਾ ਪਤਾ ਕੀ ਹੈ, ਸਾਡੇ ਮੁਲਕ ਦੇ ਵਿੱਚ ਕੀ ਹੁੰਦਾ ਕਿ ਢਿੱਡ ਦੀ ਚਿੰਤਾ ਕਈ ਵਾਰੀ ਬਹੁਤ ਪਿੱਛੇ ਰਹਿ ਜਾਂਦੀ ਹੈ। ਜਦੋਂ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਇਸ਼ਟ ਮੰਨਦੇ ਆ, ਧਰਮ ਦੇ ਵਿੱਚ ਜਿਹੜਾ ਉਹ ਧਾਰਮਿਕ ਆਗੂਆਂ ਦੀ ਗੱਲ ਕੀਤੀ ਜਾ ਸਕਦੀ ਆ, ਰੱਬ ਹੋ ਸਕਦਾ, ਵਾਹਿਗੁਰੂ ਹੋ ਸਕਦਾ, ਗੋਡ ਹੋ ਸਕਦਾ, ਈਸ਼ਵਰ ਹੋ ਸਕਦਾ। ਦਲਿਤ ਸਮਾਜ ਡਾਕਟਰ BR ਅੰਬੇਦਕਰ ਨੂੰ ਇਸ਼ਟ ਦੇ ਰੂਪ ਦੇ ਵਿੱਚ ਦੇਖਦਾ ਹੈ ਆਪਣੇ। ਇਹਦੇ 'ਚ ਕੋਈ ਸ਼ੱਕ ਨਹੀਂ ਆ। ਇਹਦਾ ਇਹ ਕਾਰਨ ਨਹੀਂ ਹੈ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਦਵਾਈ ਹੈ। ਇਹਦਾ ਕਾਰਨ ਇਹ ਹੈ ਕਿ ਜਿਹੜਾ ਸਦੀਆਂ ਤੱਕ ਉਹਨਾਂ ਨੇ ਗੁਲਾਮੀ ਸਹੀ ਆ, ਜੋ ਦੰਸ਼ ਸਿਆ, ਅਪਮਾਨ ਸਿਆ,
ਉਹਦੇ ਤੋਂ ਨਿਜਾਤ ਦਿਵਾਈ ਆ। ਹੁਣ ਹੋ ਕੀ ਰਿਹਾ ਆ, ਜੋ ਨਵੇਂ ਸ਼ਹਿਰ ਦੀ ਘਟਨਾ ਦਾ ਜ਼ਿਕਰ ਕੀਤਾ ਤੁਸੀਂ, ਉੱਥੇ ਵੀ ਡਾਕਟਰ BR ਅੰਬੇਡਕਰ ਦੇ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕਰਤਾਰਪੁਰ ਦਾ ਜਿਹੜਾ ਜ਼ਿਕਰ ਹੈ ਉੱਥੇ ਵੀ ਇਹੀ ਕੰਮ ਕੀਤਾ ਗਿਆ। ਹੁਣ ਇਸ਼ਟ ਦੇ ਨਾਲ ਜਦੋਂ ਜੁੜਨ ਦੀ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰਦੀ ਹੈ, ਤੇ ਜੇ ਇਸ਼ਟ ਨਾਲ ਜੁੜ ਗਏ ਤੇ ਫਿਰ ਇਸ਼ਟ ਦੇ ਮਗਰ ਉਹਦੇ ਅਨੁਯਾਈ ਜਿਹੜੇ ਆ ਉਹ ਵੀ ਤਾਂ ਮਗਰ ਜਾਣਗੇ ਹੀ। ਇਹ ਹੁਣ ਸਿੱਧਾ ਜੀ ਉਹਨਾਂ ਨੂੰ ਇਹ ਭੁਲੇਖਾ ਬੜਾ ਵੱਡਾ ਮਨ ਦੇ ਵਿੱਚ ਭੁਲੇਖਾ ਆ। ਦੇਖੋ ਅੱਜ ਤੁਸੀਂ ਇਹ ਗੱਲ ਜਿਹੜੀ ਹੈਗੀ ਆ, ਤੁਸੀਂ 30 ਸਾਲ ਪਿੱਛੇ ਨੂੰ ਚਲੇ ਜਾਓ, 30 ਸਾਲ ਦੇ ਕਰੀਬ ਪਿੱਛੇ ਨੂੰ ਚਲੇ ਜਾਓ। 30 ਸਾਲ ਪਹਿਲਾਂ ਉਸ ਵੇਲੇ ਭਾਰਤੀ ਜਨਤਾ ਪਾਰਟੀ 1999 ਦੇ ਵਿੱਚ ਇਹਨਾਂ ਦੇ 2 ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਸੀ। ਭਾਰਤੀ ਜਨਤਾ ਪਾਰਟੀ ਦੇ 30 ਸਾਲ ਪਹਿਲਾਂ, 31 ਸਾਲ ਪਹਿਲਾਂ 2 ਮੈਂਬਰ ਆਫ ਪਾਰਲੀਮੈਂਟ। ਲੇਕਿਨ ਕਾਂਗਰਸ ਪਾਰਟੀ ਘਰਾੜੇ ਮਾਰ ਕੇ ਸੌਂਦੀ ਸੀ ਹੈਂ। ਔਰ ਉਹ ਕਾਂਗਰਸ ਪਾਰਟੀ ਜਿਹਦੇ ਲੀਡਰ ਮਾਸਟਰ ਗੁਰਵੰਤਾ ਸਿੰਘ ਵਰਗੇ ਉਹਨਾਂ ਨੇ ਵੀ ਰੱਖੇ ਹੋ ਸੀ, ਇੱਦਾਂ ਦੇ ਉਹਨਾਂ ਨੇ ਵੀ ਰੱਖੇ ਹੋ ਸੀ ਜਿਹੜੇ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਸੀ। ਤੇ ਉਹ ਮਾਸਟਰ ਗੁਰਵੰਤਾ ਸਿੰਘ ਜਿਹੜਾ ਇਹ ਗੱਲ ਕਹਿੰਦਾ ਸੀ ਵੀ ਜਿਸ ਘਰ ਦੇ ਵਿੱਚ ਡਾਕਟਰ ਅੰਬੇਡਕਰ ਦੀ ਫੋਟੋ ਲੱਗੀ ਹੋਵੇ ਮੈਂ ਉਸ ਘਰ ਦਾ ਪਾਣੀ ਨਹੀਂ ਪੀਂਦਾ, ਅੱਜ ਉਹਦੇ ਟੱਬਰ ਜਿਹੜਾ ਆ ਉਹ ਵੀ ਸਭ ਤੋਂ ਪਹਿਲਾਂ ਹਾਰ ਲੈ ਕੇ ਡਾਕਟਰ ਅੰਬੇਡਕਰ ਦੀ ਫੋਟੋ ਦੇ ਮੂਹਰੇ ਖੜਾ ਹੁੰਦਾ, ਚਾਹੇ ਉਹ 6 ਦਸੰਬਰ ਹੋਵੇ ਤੇ ਚਾਹੇ 14 ਅਪ੍ਰੈਲ ਹੋਵੇ। ਅੱਜ ਉਹਨਾਂ ਨੂੰ ਵੀ ਲੱਗਣ ਲੱਗ ਪਿਆ ਵੀ ਡਾਕਟਰ ਅੰਬੇਡਕਰ ਤੋਂ ਬਿਨਾਂ ਸਾਡੀ ਗੱਡੀ ਨਹੀਂ ਚੱਲਣੀ। ਗਾਂਧੀ ਪਿੱਛੇ ਕਰ ਦਿੱਤਾ ਉਹਨਾਂ ਨੇ ਵੀ ਗਾਂਧੀ ਪਿੱਛੇ ਕਰ ਦਿੱਤਾ, ਡਾਕਟਰ ਅੰਬੇਡਕਰ ਮੂਹਰੇ ਲਿਆਂਦਾ। ਭਾਰਤੀ ਜਨਤਾ ਪਾਰਟੀ ਜਿਹੜੀ ਸਾਵਰਕਰ ਨੂੰ ਆਪਣਾ ਇਸ਼ਟ ਮੰਨਦੀ ਸੀ, ਅੱਜ ਉਹਨਾਂ ਨੂੰ ਵੀ ਅੱਜ ਪੰਜਾਬ ਦੇ ਅੰਦਰ ਇਹ ਸ਼ੁਰੂਆਤ ਹੋਈ ਆ। ਪੰਜਾਬ ਦੇ ਅੰਦਰ ਡਾਕਟਰ ਅੰਬੇਡਕਰ ਮੂਹਰੇ ਲਿਆਉਣਾ ਪੈ ਗਿਆ, ਸਾਵਰਕਰ ਨੂੰ ਪਿੱਛੇ ਕਰ ਦਿੱਤਾ। ਤਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਗੱਲ ਲੱਗਣ ਲੱਗ ਪਈ ਵੀ ਭਾਈ ਡਾਕਟਰ ਅੰਬੇਡਕਰ ਨੂੰ ਮੂਹਰੇ ਲਿਆਂਦੇ ਬਿਨਾਂ ਦਲਿਤ ਸਮਾਜ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਇੱਕ ਗੱਲ ਸਮਾਜ ਦੇ ਵਿੱਚ ਅਸੀਂ ਜਾ ਕੇ ਕਹਿੰਦੇ ਹਾਂ, ਮੈਂ ਹਮੇਸ਼ਾ ਹੀ ਸਮਾਜ ਦੇ ਵਿੱਚ ਜਾ ਕੇ ਜਦੋਂ ਚਾਹੇ ਉਹ ਪਲੇਟਫਾਰਮ ਜਿਹੜਾ ਆ ਸਾਡਾ ਧਾਰਮਿਕ ਹੋਵੇ, ਚਾਹੇ ਉਹ ਪਲੇਟਫਾਰਮ ਜਿਹੜਾ ਆ ਸਾਡਾ ਸਮਾਜਿਕ ਹੋਵੇ, ਮੈਂ ਹਮੇਸ਼ਾ ਉਸ ਪਲੇਟਫਾਰਮ ਦੇ ਉੱਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅਸੀਂ ਇਸ਼ਟ ਇਸ ਕਰਕੇ ਮੰਨਦੇ ਹਾਂ ਆਪਣਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾ ਹੁੰਦੇ ਤਾਂ ਸਾਡਾ ਕੋਈ ਰੱਬ ਨਾ ਸੀ ਹੋਣਾ। ਮੈਂ ਇਹ ਗੱਲ ਮੰਨ ਕੇ ਚੱਲਦਾ ਕਿਉਂਕਿ ਉਸ ਤੋਂ ਪਹਿਲਾਂ ਸਾਡੇ ਤਾਂ ਪਾਬੰਦੀਆਂ ਹੀ ਬਹੁਤ ਸੀ, ਸਾਨੂੰ ਕੋਈ ਰੱਬ ਨੂੰ ਮੰਨਣ ਦੀ ਇਜਾਜ਼ਤ ਹੀ ਨਾ ਸੀ। ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਾਨੂੰਨ ਦੇ ਵਿੱਚ ਸਾਨੂੰ ਇਹ ਅਧਿਕਾਰ ਲੈ ਕੇ ਦੇ ਗਏ ਵੀ ਤੁਸੀਂ ਜਿਹਨੂੰ ਮਰਜ਼ੀ ਆਪਣਾ ਰੱਬ ਮੰਨ ਸਕਦੇ ਆ, ਜਿਹੜੇ ਮਰਜ਼ੀ ਧਰਮ ਨੂੰ ਮੰਨ ਸਕਦੇ ਆ, ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੋਏਗੀ, ਤੁਹਾਨੂੰ ਜਾਤੀ ਤੌਰ ਤੇ ਜਿਹੜਾ ਜਲੀਲ ਕਰੂਗਾ ਉਹਦੇ ਵਾਸਤੇ ਜੇਲ੍ਹ ਦੀਆਂ ਸਲਾਖਾਂ ਤਿਆਰ ਆ। ਤਾਂ ਅੱਜ ਸਾਡੇ ਸਾਰੇ ਰੱਬ ਵੀ ਆ, ਅੱਜ ਸਾਡੇ ਕੋਲ ਇਹ ਅਧਿਕਾਰ ਵੀ ਹੈਗੇ ਆ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਆ ਕਿ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅਸੀਂ ਸਭ ਤੋਂ ਵੱਡਾ ਆਪਣਾ ਇਸ਼ਟ ਇਸ ਕਰਕੇ ਮੰਨਦੇ ਹਾਂ। ਦੂਸਰੀ ਗੱਲ, ਇਹ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੂਹਰੇ ਰੱਖਣ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਦਾ ਪਿਛਲਾ ਏਜੰਡਾ ਜਿਹੜਾ ਆ ਉਹ ਜਿੰਨਾ ਚਿਰ ਲੋਕਾਂ ਦੇ ਸਾਹਮਣੇ ਨਹੀਂ ਆਏਗਾ ਉਨੀ ਦੇਰ ਤੱਕ ਲੋਕ ਜਿਹੜੇ ਹੈਗੇ ਆ ਇਹਨਾਂ ਦੀ ਪਿਕਚਰ ਜਿਹੜੀ ਆ ਉਹ ਕਲੀਅਰ ਨਹੀਂ ਕਰ ਪਾਣਗੇ। ਤਾਂ ਬਹੁਤ ਜ਼ਰੂਰੀ ਹੈ ਕਿ ਇਹਨਾਂ ਦਾ ਜਿਹੜਾ RSS ਦਾ ਛੁਪਿਆ ਹੋਇਆ ਏਜੰਡਾ ਜਿਹੜਾ ਨਾਗਪੁਰ ਦੇ ਵਿੱਚ ਇਹ ਬਣਾਉਂਦੇ ਆ, ਉਹ ਏਜੰਡੇ ਨੂੰ ਲੋਕਾਂ ਦੇ ਸਾਹਮਣੇ, ਲੋਕਾਂ ਦੇ ਵਿਹੜਿਆਂ ਦੇ ਵਿੱਚ ਲੈ ਕੇ ਜਾਣਾ, ਔਰ ਅਸੀਂ ਉਹ ਕਰ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦੀ ਨੀਤੀ ਜਿਹੜੀ ਆ ਉਹ ਦੇਸ਼ ਨੂੰ ਅੱਗੇ ਵਧਾਉਣ ਵਾਲੀ ਨਹੀਂ, ਦੇਸ਼ ਨੂੰ ਪਾੜਨ ਵਾਲੀ ਹੈ। ਭਾਰਤੀ ਜਨਤਾ ਪਾਰਟੀ ਨੇ ਅੱਜ ਪਿਛਲੇ ਜਿਹੜਾ ਤਕਰੀਬਨ 14 ਤੋਂ ਲੈ ਕੇ ਹੁਣ ਤੱਕ 6 ਸਾਲ ਦਾ ਇਹਨਾਂ ਦਾ ਪੀਰੀਅਡ ਹੋ ਗਿਆ, ਜਿਹੜਾ 6 ਸਾਲਾਂ ਦਾ ਇਹਨਾਂ ਦਾ ਰਾਜ ਭਾਗ ਆ, ਉਹ 6 ਸਾਲਾਂ ਦੇ ਰਾਜ ਭਾਗ ਨੇ ਜੋ ਦੇਸ਼ ਦੇ ਅੰਦਰ ਇਸ ਵੇਲੇ ਹਾਲਾਤ ਪੈਦਾ ਕਰ ਦਿੱਤੇ ਆ। ਹੁਣ ਇਹਨਾਂ ਨੂੰ ਕੋਈ ਹੋਰ ਗੱਲ ਨਜ਼ਰ ਨਹੀਂ ਆ ਰਹੀ। ਅੱਜ ਦੇਸ਼ ਦੇ ਅੰਦਰ ਮਹਿੰਗਾਈ ਜਿਹੜੀ ਆ ਉਹ ਸਿਖਰਾਂ ਤੇ ਆ, ਲੇਕਿਨ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਕੀ ਹੈ ਉਹ ਤੁਸੀਂ ਦੇਖ ਲਓ। ਅੱਜ ਦੇਸ਼ ਦਾ ਜਿਹੜਾ ਨੈਸ਼ਨਲ ਮੀਡੀਆ ਆ, ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਵਰਗੇ ਚੈਨਲਾਂ ਦਾ, ਤੁਹਾਡੇ ਵਰਗੇ ਵੀਰਾਂ ਦਾ, ਕਿ ਜਿਹੜੇ ਇਹ ਗੱਲ ਨੂੰ ਬੜੀ ਬੇਬਾਕੀ ਦੇ ਨਾਲ ਬਿਨਾਂ ਕੈਂਚੀ ਲਗਾਏ ਲੋਕਾਂ ਦੇ ਮੂਹਰੇ ਲੈ ਕੇ ਜਾ ਰਹੇ। ਲੇਕਿਨ ਦੇਸ਼ ਦਾ ਜਿਹੜਾ ਨੈਸ਼ਨਲ ਮੀਡੀਆ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ, ਜਿਹੜਾ ਲੋਕਾਂ ਦੇ ਘਰਾਂ ਤੱਕ ਬਹੁਤ ਵੱਡੇ ਪੈਮਾਨੇ ਤੇ ਪਹੁੰਚਦਾ ਸੀ, ਉਸ ਦੇਸ਼ ਦੇ ਨੈਸ਼ਨਲ ਮੀਡੀਆ ਨੇ ਕੀਤਾ ਕੀ? ਤੁਸੀਂ ਦੇਖੋ ਆ ਪਿਛਲੇ ਦਿਨਾਂ ਤੋਂ 1.5 ਮਹੀਨੇ ਤੋਂ ਅੰਦੋਲਨ ਚੱਲ ਰਿਹਾ, ਕਿਸਾਨ ਅੰਦੋਲਨ। 1.5 ਮਹੀਨੇ ਤੋਂ ਲੋਕ ਸੜਕਾਂ ਤੇ ਬੈਠੇ ਆ, 1.5 ਮਹੀਨੇ ਤੋਂ ਟੋਲ ਪਲਾਜ਼ੇ ਬੰਦ ਆ, 1.5 ਮਹੀਨੇ ਤੋਂ ਰੋਡ ਬਲੌਕ ਕੀਤੇ ਆ, 1.5 ਮਹੀਨੇ ਤੋਂ ਟ੍ਰੇਨਾਂ ਬੰਦ ਪਈਆਂ। ਤੇ ਲੇਕਿਨ ਨਿਊਜ਼ ਚੈਨਲਾਂ 'ਤੇ ਖਬਰਾਂ ਕਿਹੜੀਆਂ ਚੱਲ ਰਹੀਆਂ ਵੀ ਸੁਸ਼ਾਂਤ ਸਿੰਘ ਰਾਜਪੂਤ ਜਿਹੜਾ ਉਹ ਮੁੰਡਾ ਮਰ ਗਿਆ, ਬਈ ਉਹ ਜਿਹੜੀ ਦੀਪਿਕਾ ਪਾਦੂਕੋਣ ਸੀ ਵੀ ਉਹ ਚਿੱਟਾ ਪੀਂਦੀ ਸੀ ਕਿ ਨਹੀਂ ਪੀਂਦੀ ਸੀ, ਉਹਦੇ ਨਿਆਣੇ ਚਿੱਟਾ ਪੀਂਦੇ ਸੀ, ਸ਼ਾਹਰੁਖ ਖਾਨ ਦੇ ਨਿਆਣੇ ਚਿੱਟਾ ਪੀਂਦੇ ਸੀ ਕਿ ਨਹੀਂ ਪੀਂਦੇ ਸੀ। ਦੂਜੀਆਂ ਜਿਹੜੀਆਂ ਪ੍ਰਿਆ ਕੀ ਰੀਆ ਪਤਾ ਨਹੀਂ ਕਿਆ ਨਾਮ ਹੈਗੇ, ਜਿਹੜੀ ਵੀ ਹੋਏਗੀ, ਉਹ ਕੁੜੀ ਜਿਹੜੀ ਆ ਉਹ ਚਿੱਟਾ ਵੇਚਦੀ ਸੀ ਕਿ ਨਹੀਂ ਵੇਚਦੀ, ਉਹਦਾ ਭਰਾ ਵੇਚਦਾ। ਇਹ ਹੈਡਲਾਈਨ ਹੈ ਸਾਡੇ ਦੇਸ਼ ਦੀ। ਉਹ ਦੇਸ਼ ਦੇ ਅੰਦਰ ਐਡਾ ਵੱਡਾ ਤਬਕਾ ਜਿਹਨੇ ਦੇਸ਼ ਦੀ ਬੈਕਬੋਨ ਕਿਹਾ ਜਾਂਦਾ ਸੀਗਾ, ਜਿਸ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ, ਜਿਸ ਕਿਸਾਨ ਨੇ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ, ਉਹ ਸੜਕਾਂ ਤੇ ਬੈਠਾ। ਤੇ ਦੇਸ਼ ਦੇ ਚੈਨਲ ਜਿਹੜੇ ਹੈਗੇ ਆ ਉਹ ਕਿਹਦੇ ਇਸ਼ਾਰੇ ਤੇ ਕਰ ਰਹੇ ਆ? ਉਹ ਕਰ ਰਹੇ ਸਿਰਫ ਪੰਜਾਬ ਹੀ ਵਾਪਸ ਆਉਣਾ ਚਾਹੁੰਦਾ ਆ। ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਮੈਂ ਉਹਦੇ ਤੇ ਵਾਪਸ ਆਉਣਾ ਚਾਹੁੰਦਾ। ਕਿਸਾਨ ਅੰਦੋਲਨ ਦੀ ਤੁਸੀਂ ਗੱਲ ਕਰ ਦਿੱਤੀ, ਇਹ ਕੁਝ ਬਿਆਨ ਵੀ ਪਿਛਲੇ ਦਿਨਾਂ ਦੇ ਵਿੱਚ ਇੱਦਾਂ ਦਾ ਹੈ ਕਿ ਜਿਹੜੇ ਲਾਲ ਝੰਡੇ ਵਾਲੇ ਬੈਠੇ ਆ, ਮਜ਼ਦੂਰ ਵੀ ਆ ਉਹਨਾਂ ਦੇ ਵਿੱਚ ਬਹੁਤ ਸਾਰੇ, ਉਹ ਨਕਸਲੀ ਨੇ। ਤੇ ਜਦੋਂ ਮਜ਼ਦੂਰਾਂ ਦੀ ਗੱਲ ਚੱਲਦੀ ਹੈ, ਇਹ ਵੀ ਭਾਜਪਾ ਦੇ ਲੀਡਰਾਂ ਵੱਲੋਂ ਬਿਆਨ ਆਉਂਦਾ ਹੈ ਕਿ ਕਿਸਾਨ ਤਾਂ ਮਜ਼ਦੂਰਾਂ ਬਾਰੇ ਕਦੀ ਸੋਚਦੇ ਨਹੀਂ, ਉਹਨਾਂ ਦੇ ਹੱਕ ਦੀ ਗੱਲ ਕਰਦੇ ਨਹੀਂ ਹੈ। ਤੇ
ਮਜ਼ਦੂਰ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਬੈਠਿਆ। ਹੁਣ ਦਲਿਤਾਂ ਵਾਲਾ ਮਸਲਾ ਇਹਦੇ ਵਿੱਚ ਛੇੜ ਦਿੱਤਾ ਗਿਆ। ਪੰਜਾਬ 'ਚ ਦਲਿਤ ਬਨਾਮ ਜੱਟ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਹੋਰ ਕੋਈ ਕੋਸ਼ਿਸ਼, ਹੋਰ ਕੋਈ ਸਾਜ਼ਿਸ਼ ਜਾਂ ਹੋਰ ਕੋਈ ਹਮਲਾ ਮਾਰਨ ਦੀ ਭਾਰਤੀ ਜਨਤਾ ਪਾਰਟੀ ਵੱਲੋਂ? ਬਹੁਤ ਵੱਡਾ ਰੀਜ਼ਨ ਹੈਗਾ ਜੀ। ਤੁਸੀਂ ਦੇਖਿਓ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਜੋ ਮਾਹੌਲ ਖਰਾਬ ਹੋਇਆ, ਉਹ ਮਾਹੌਲ ਖਰਾਬ ਹੋਇਆ 2018 ਮਾਰਚ ਮਹੀਨੇ ਤੋਂ। ਇਹ ਨੋਟ ਕਰ ਲਿਓ, 2018 ਦੇ ਵਿੱਚ 20 ਮਾਰਚ ਨੂੰ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ, ਜਿਹਦੇ ਵਿੱਚ SC ST ਜਿਹੜਾ ਐਟਰੋਸਿਟੀ ਐਕਟ ਨੂੰ ਡਿਲਿਊਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਦੀ ਨਲਾਇਕੀ ਨਾ, ਇਹਨਾਂ ਦੇ ਇਸ਼ਾਰੇ ਤੇ, ਕਿਉਂਕਿ ਜਿਹੜੀ ਸਾਡੀ ਜੁਡੀਸ਼ਲੀ ਵੀ ਹੈ ਨਾ, ਉਹ ਵੀ ਕਿਤੇ ਨਾ ਕਿਤੇ ਇਹਨਾਂ ਨੇ ਮੈਨੇਜ ਕੀਤੀ ਹੋਈ ਹੈ। ਉਹ ਜਿਹੜਾ SC ST ਐਟਰੋਸਿਟੀ ਐਕਟ ਸੀਗਾ, ਉੱਥੋਂ ਮਾਮਲਾ ਸ਼ੁਰੂ ਹੋਇਆ 20 ਮਾਰਚ 2018 ਤੋਂ। ਉਸ ਤੋਂ ਬਾਅਦ ਵਿੱਚ ਦੇਸ਼ ਦੇ ਅੰਦਰ ਕਿੱਡਾ ਵੱਡਾ ਦਲਿਤਾਂ ਨੇ ਅੰਦੋਲਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਹੈਗਾ ਉਹ ਕੀਤਾ। ਔਰ ਕਈ ਜਗ੍ਹਾ ਤੁਹਾਨੂੰ ਇਹ ਫਲੈਕਸ ਵੀ ਦੇਖਣ ਨੂੰ ਮਿਲੇ ਹੋਣਗੇ ਵੀ ਆਪਣੇ ਬੱਚਿਆਂ ਨੂੰ ਸਮਝਾਇਓ, BJP ਨੂੰ ਇਹ ਦਲਿਤਾਂ ਵੱਲੋਂ ਬੋਰਡ ਲਗਾਏ ਗਏ। ਇੱਕ ਗੱਲ, ਉਸ ਤੋਂ ਬਾਅਦ ਵਿੱਚ ਅਗਲਾ ਐਪੀਸੋਡ ਜਿਹੜਾ ਚਾਹੇ ਫਗਵਾੜੇ ਦੇ ਵਿੱਚ ਜਿਹੜਾ ਸੰਵਿਧਾਨ ਚੌਂਕ ਦਾ ਮਾਮਲਾ ਹੋਇਆ, ਉਹਦੇ ਵਿੱਚ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇਸ ਮੌਜੂਦਾ ਵਿਧਾਇਕ ਦੀ, ਜਿਹੜਾ ਇਸ ਵੇਲੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਹੈ, ਇਹਦਾ ਰੋਲ ਜਿਹੜਾ ਹੈਗਾ ਉਹ ਕੀ ਰਿਹਾ। ਇੱਦਾਂ ਹੀ ਇਸ ਤੋਂ ਬਾਅਦ ਵਿੱਚ ਤੁਗਲਕਾਬਾਦ ਦੇ ਵਿੱਚ ਜਿਹੜਾ ਗੁਰੂ ਰਵਿਦਾਸ ਜੀ ਦਾ ਗੁਰੂ ਘਰ ਢਾਇਆ ਗਿਆ ਦਿੱਲੀ ਦੇ ਵਿੱਚ, ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਸਰਕਾਰ ਔਰ DDA ਜਿਹੜਾ ਆ ਉਹ ਇਹਨਾਂ ਦੇ ਅੰਡਰ, ਦਿੱਲੀ ਡਿਵੈਲਪਮੈਂਟ ਅਥਾਰਟੀ ਜਿਹੜੀ ਆ ਉਹ ਇਹਨਾਂ ਦੇ ਅੰਡਰ, ਉੱਥੇ ਵੀ ਇਹਨਾਂ ਨੇ ਕੀ ਕੀਤਾ। ਉਸ ਤੋਂ ਬਾਅਦ ਵਿੱਚ ਹੁਣ ਜਿਹੜਾ ਮਾਮਲਾ ਇੱਥੇ ਆ ਗਿਆ ਕਿਸਾਨ ਅੰਦੋਲਨ। ਕਿਸਾਨ ਅੰਦੋਲਨ ਸਿੱਧਾ ਜਿਹੜਾ ਹੈਗਾ ਉਹ ਕੇਂਦਰ ਦੀ ਸਰਕਾਰ ਦੇ ਖਿਲਾਫ ਹੋ ਗਿਆ, ਪੰਜਾਬ ਦਾ ਕਿਸਾਨ। ਦੂਸਰੇ ਪਾਸੇ ਹਾਥਰਸ ਘਟਨਾ ਹੋ ਗਈ ਨਾਲ ਹੀ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਦਲਿਤ ਜਿਹੜਾ ਬਰਖਲਾਫ ਹੋ ਗਿਆ। ਹੁਣ ਇਹਨਾਂ ਨੇ ਕੀਤਾ ਕਿ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਵਿੱਚ ਇਹਨਾਂ ਨੇ ਦੇਖਿਆ ਵੀ ਕਿਸਾਨ ਦੇ ਨਾਲ ਮਜ਼ਦੂਰ ਵੀ ਅਟੈਚ ਹੋ ਗਿਆ। ਕਿਉਂਕਿ ਅਸੀਂ ਲੋਕਾਂ ਨੂੰ ਅਵੇਅਰ ਕੀਤਾ, ਤੁਹਾਨੂੰ ਯਾਦ ਹੋਏਗਾ ਕਿ 22 ਜੂਨ ਨੂੰ ਅਸੀਂ ਜਿਹੜਾ ਹੈਗਾ ਸਾਈਕਲ ਮਾਰਚ ਕੱਢਿਆ ਸੀ। 22 ਜੂਨ ਤੋਂ ਲੈ ਕੇ 26 ਜੂਨ ਤੱਕ 5 ਦਿਨ ਅਸੀਂ ਸਾਈਕਲਾਂ 'ਤੇ, ਤੁਸੀਂ ਵੀ ਬਹੁਤ ਵਧੀਆ ਜਿਹੜੀ ਉਹਦੀ ਕਵਰੇਜ ਕੀਤੀ ਸੀਗੀ। ਅਸੀਂ ਲੋਕਾਂ ਨੂੰ ਅਵੇਅਰ ਕੀਤਾ ਵੀ ਇਹ ਜਿਹੜਾ ਮਾਮਲਾ ਇਕੱਲਾ ਕਿਸਾਨਾਂ ਦਾ ਨਹੀਂ, ਇਹਦੇ ਵਿੱਚ ਦੁਕਾਨਦਾਰ, ਇਹਦੇ ਵਿੱਚ ਵਪਾਰੀ, ਇਹਦੇ ਵਿੱਚ ਮਜ਼ਦੂਰ, ਇਹਦੇ ਵਿੱਚ ਪੱਲੇਦਾਰ, ਇਹਦੇ ਵਿੱਚ ਦਲਿਤ ਖੇਤ ਮਜ਼ਦੂਰ, ਸਾਰੇ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਹੋਣੇ ਆ। ਔਰ ਉਹਦਾ ਅਸਰ ਇਹ ਹੋਇਆ ਕਿ ਉਸ ਅੰਦੋਲਨ ਤੋਂ ਬਾਅਦ ਜਿਹੜਾ ਲੋਕ ਅਵੇਅਰ ਹੋਏ, ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ ਵੀ, ਦਲਿਤ ਵੀ ਜਿਹੜਾ ਉਹ ਸੜਕਾਂ ਦੇ ਉੱਤੇ ਉਤਰ ਆਇਆ। ਤੋ ਦੋ ਬਰਖਲਾਫ ਲਹਿਰ ਚੱਲ ਪਈਆਂ ਇਹਨਾਂ ਦੇ, ਇੱਕ ਹਾਥਰਸ ਔਰ ਦੂਸਰਾ ਕਿਸਾਨ ਜਿਹੜਾ ਹੈਗਾ ਖੇਤੀ ਸੁਧਾਰ ਬਿੱਲ ਦੇ ਵਿਰੋਧ ਵਿੱਚ। ਦੋ ਬਰਖਲਾਫ ਲਹਿਰਾਂ ਨੂੰ ਹੁਣ ਇਹਨਾਂ ਨੇ ਜਿਹੜਾ ਆ ਉਹ ਪਾੜਨਾ ਕਿੱਦਾਂ ਸੀ, ਉਹਦੀ ਨੀਤੀ ਤਿਆਰ ਕੀਤੀ ਇਹਨਾਂ ਨੇ ਪੰਜਾਬ ਦੇ ਅੰਦਰ। ਪਹਿਲਾਂ ਇਹਨਾਂ ਨੇ ਕਾਰਡ ਖੇਡਿਆ 10 ਤਰੀਕ ਨੂੰ ਇਹਨਾਂ ਨੇ ਕਾਰਡ ਖੇਡਿਆ, ਜਿਹੜਾ ਇਹਨਾਂ ਨੇ ਇਹ ਕਿਹਾ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਉਹਦੇ ਜਿਹੜਾ ਇਹਨਾਂ ਨੇ ਜਿਹੜਾ ਘੁਟਾਲਾ ਹੋਇਆ, ਜਿਹੜਾ ਧਰਮਸੋਤ ਨੇ ਘੁਟਾਲਾ ਕੀਤਾ, ਜਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਇਦਾਂ ਦੇ ਬਹਾਨੇ ਭੁੰਨੇ ਜਿਹੇ ਬਣਾ ਕੇ ਇਹਨਾਂ ਨੇ ਇੱਕ ਦਲਿਤਾਂ ਦੇ ਵੱਡੇ ਹਿੱਸੇ ਨੂੰ ਇਸ ਅੰਦੋਲਨ ਤੋਂ ਵੱਖਰਾ ਕਰਨੀ, ਤਾਂ ਕਿ ਅੰਦੋਲਨ ਕਮਜ਼ੋਰ ਹੋਵੇ, ਦੋ ਜਗ੍ਹਾ ਵੰਡ ਹੋ ਜਾਵੇ। ਉਸ 10 ਤਰੀਕ ਨੂੰ ਇਹਨਾਂ ਨੇ ਉਸ ਪੋਸਟ ਮੈਟ੍ਰਿਕ ਦੇ ਨਾਮ ਦੇ ਉੱਤੇ ਧਰਨੇ ਜਿਹੜੇ ਹੈਗੇ ਆ ਕੁਝ ਮੈਨੇਜ ਕਰਕੇ ਲਗਵਾਉਣ ਦੀ ਕੋਸ਼ਿਸ਼, ਲੇਕਿਨ ਉਹ ਕਾਮਯਾਬ ਨਹੀਂ ਹੋਇਆ। ਹੁਣ ਇਸ ਤੋਂ ਬਾਅਦ ਵਿੱਚ ਇਹਨਾਂ ਨੇ ਦੂਸਰਾ ਕਾਰਡ ਖੇਡਿਆ ਦਲਿਤ ਬਚਾਓ ਯਾਤਰਾ ਦਾ। ਲੇਕਿਨ ਆ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਨਾ ਵੀ ਕੀ ਦਲਿਤ ਇਸ ਗੱਲ ਨੂੰ ਸਮਝ ਪਾਣਗੇ ਜਾਂ ਨਹੀਂ ਸਮਝ ਪਾਣਗੇ, ਹੁਣ ਇੱਥੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਦਲਿਤ ਜਿਹੜੇ ਹੈਗੇ ਆ ਹੁਣ ਗੁੰਮਰਾਹ ਹੋਣ ਵਾਲੇ ਨਹੀਂ, ਇੰਨੀ ਜਲਦੀ ਨਹੀਂ ਗੁੰਮਰਾਹ ਹੁੰਦੇ। ਹਾਂ, ਕੁਛ ਹਿੱਸਾ ਜਿਹੜਾ ਹੈਗਾ, ਜਿਹੜਾ ਸੋਸ਼ਲ ਮੀਡੀਆ ਤੋਂ ਵੀ ਸ਼ਾਇਦ ਟੱਚ 'ਚ ਨਾ ਹੋਵੇ, ਜਿਹੜਾ ਸ਼ਾਇਦ ਆਪਣੇ ਕੰਮਾਂ 'ਚ ਇੰਨਾ ਵਿਅਸਤ ਹੋਵੇ, ਜਿਹਨੂੰ ਇਹ ਨਹੀਂ ਪਤਾ ਕਿ ਦੁਨੀਆ ਕਿੱਥੇ ਵਸਦੀ, ਇੱਦਾਂ ਦਾ ਬਹੁਤ ਵੱਡਾ ਹਜੇ ਹਿੱਸਾ ਹੈਗਾ ਆ। ਹੋ ਸਕਦਾ ਉਹਨਾਂ ਦੇ ਅੱਖੀਂ ਧੂਲੇ ਪਾ ਸਕਣ, ਲੇਕਿਨ ਫਿਰ ਵੀ ਮੈਂ ਇਹ ਗੱਲ ਪੂਰੇ ਦਾਅਵੇ ਨਾਲ ਕਹਿੰਦਾ ਕਿ ਜੇ ਇਹ ਲੱਖ ਕੋਸ਼ਿਸ਼ਾਂ ਵੀ ਕਰ ਲੈਣ ਭਾਰਤੀ ਜਨਤਾ ਪਾਰਟੀ, ਲੇਕਿਨ ਹੁਣ ਦਲਿਤ ਸਮਾਜ ਨੂੰ ਇਹ ਜਿਹੜਾ ਵੱਡੇ ਤੌਰ ਦੇ ਉੱਤੇ ਇਹ ਜਿਹੜਾ ਗੁੰਮਰਾਹ ਨਹੀਂ ਕਰ ਪਾਉਣਗੇ। ਤੇ ਜੇ ਕੋਈ ਥੋੜ੍ਹੇ ਬਹੁਤੇ ਹਿੱਸੇ ਨੂੰ ਇਹ ਗੁੰਮਰਾਹ ਕਰਨ ਦੇ ਵਿੱਚ ਆਪਣੇ ਆਪ ਨੂੰ ਲੱਗਾ ਵੀ ਕਾਮਯਾਬ, ਤਾਂ ਫਿਰ ਅਸੀਂ ਬੈਠੇ ਹਾਂ, ਅਸੀਂ ਵੀ ਹਰ ਘਰ ਤੱਕ, ਹਰ ਵਿਹੜੇ ਤੱਕ, ਹਰ ਮਤਲਬ ਵਿਅਕਤੀ ਤੱਕ ਜਿਹੜਾ ਆ ਉਹ ਪਹੁੰਚ ਕਰਾਂਗੇ। ਮੈਂ ਨਾ ਇੱਥੇ ਹੀ ਆਉਣਾ ਚਾਹੁੰਦਾ ਸੀ, ਤੁਸੀਂ ਕਹਿੰਦੇ ਕਿ ਅਸੀਂ ਬੈਠੇ ਹਾਂ। ਕਦੀ ਬੈਠਣ ਦਾ ਸਮਾਂ ਨਹੀਂ ਹੁੰਦਾ, ਚਲਾਇਮਾਨ ਰਹਿਣ ਦਾ ਸਮਾਂ ਹੁੰਦਾ ਹੈ। ਕਿਉਂਕਿ ਜਿਨ੍ਹਾਂ ਦਾ ਤੁਸੀਂ ਜ਼ਿਕਰ ਛੇੜਿਆ, ਜਿਨ੍ਹਾਂ ਤੱਕ ਸੋਸ਼ਲ ਮੀਡੀਆ ਨਹੀਂ ਪਹੁੰਚਦਾ, ਜਿਹੜੇ ਰੋਜ਼ੀ ਰੋਟੀ ਦੀ ਦੌੜ ਦੇ ਵਿੱਚ ਮਸਰੂਫ ਆ, ਉਹ ਹੋ ਸਕਦਾ ਗੁੰਮਰਾਹ ਹੋ ਸਕਦੇ ਆ। ਜਦੋਂ ਚੋਣਾਂ ਆਉਂਦੀਆਂ ਨੇ ਨਾ, ਤੇ ਹਰ ਲੀਡਰ ਆਪਣੇ ਹਲਕੇ ਦੇ ਵਿੱਚ ਦਿਨ ਰਾਤ ਇੱਕ ਕਰ ਦਿੰਦਾ, ਲੋਕਾਂ ਨੂੰ ਆਪਣੀ ਪਾਰਟੀ ਦੇ ਪੱਖ ਦੇ ਵਿੱਚ, ਆਪਣੇ ਉਮੀਦਵਾਰ ਦੇ ਜਾਂ ਆਪਣੇ ਆਪ ਨੂੰ ਵੋਟ ਪਾਉਣ ਦੇ ਲਈ ਜਾਗਰੂਕ ਕਰਦਾ ਰਹਿੰਦਾ। ਜਦੋਂ ਇਦਾਂ ਦੀਆਂ ਪ੍ਰਸਥਿਤੀਆਂ ਹੋਣ, ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਸਮਾਜ
ਜੇ ਇੱਥੇ ਥੋੜ੍ਹਾ ਜਿਹਾ ਥਿੜਕ ਗਿਆ ਜਾਂ ਉਧਰਲੇ ਪਾਸੇ ਨੂੰ ਤੁਰ ਪਿਆ ਤੇ ਸਥਿਤੀਆਂ ਬਹੁਤੀਆਂ ਜਿਹੜੀਆਂ ਉਹ ਸੁਖਾਵੀਆਂ ਨਹੀਂ ਰਹਿਣਗੀਆਂ, ਚਿੰਤਾਜਨਕ ਬਣ ਸਕਦੀਆਂ। ਤੇ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਇੱਕ ਦਲਿਤ ਆਗੂ ਹੋਣ ਦੇ ਨਾਤੇ ਮੈਂ ਇੱਥੇ ਸਿਆਸੀ ਪਾਰਟੀ ਨੂੰ ਬਹੁਤ ਕਿਨਾਰੇ ਤੇ ਰੱਖ ਦਿੰਦਾ ਹਾਂ। ਦਲਿਤ ਆਗੂ ਹੋਣ ਦੇ ਨਾਤੇ ਜਾਂ ਤੁਹਾਡੇ ਵਰਗੇ ਜਿਹੜੇ ਬਾਕੀ ਆਗੂ ਆ ਜਿਹੜੇ ਕਹਿੰਦੇ ਅਸੀਂ ਜਾਗਦੇ ਸਿਰਾਂ ਵਾਲੇ ਆ ਤੇ ਅਸੀਂ ਆਪਣੇ ਸਮਾਜ ਨੂੰ ਜਾਗਦੇ ਸਿਰਾਂ ਵਾਲੇ ਕਰਕੇ ਦਮ ਲੈਣਾ, ਉਹਨਾਂ ਦੀ ਹੁਣ ਭੂਮਿਕਾ ਕਿੱਦਾਂ ਦੀ ਰਹਿ ਗਈ? ਮੈਂ ਕਿਹਾ ਜੀ ਤੁਸੀਂ ਮੇਰਾ ਪਿਛਲੇ 10 ਸਾਲ ਦਾ ਰਿਕਾਰਡ ਚੈੱਕ ਕਰ ਲਓ। 2010 ਤੋਂ ਲੈ ਕੇ ਮੈਂ 2012 ਦੇ ਵਿੱਚ ਵਿਧਾਨ ਸਭਾ ਚੋਣ ਲੜੀ ਸੀ ਫਗਵਾੜੇ ਤੋਂ ਪਹਿਲੀ ਵਾਰ। 2010 ਦੇ ਵਿੱਚ ਦਸੰਬਰ ਮਹੀਨੇ ਤੋਂ ਮੇਰਾ ਰਿਕਾਰਡ ਚੈੱਕ ਕਰ ਲਿਓ। 10 ਸਾਲ ਹੋ ਗਏ ਆ, 10 ਸਾਲਾਂ ਦਾ ਰਿਕਾਰਡ ਚੈੱਕ ਕਰ ਲਿਓ। ਅਸੀਂ ਠੀਕ ਆ ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਕੰਮ ਜ਼ਰੂਰ ਕੀਤਾ, ਲੇਕਿਨ ਸਮਾਜ ਦੇ ਹਿੱਤ ਨੂੰ ਪਹਿਲਾਂ ਮੂਹਰੇ ਰੱਖਿਆ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਕਰਕੇ ਸ਼ਾਇਦ ਸਮਾਜ ਦੇ ਜਿਹੜਾ ਵੱਡਾ ਹਿੱਸਾ ਆ ਉਹ ਸਾਨੂੰ ਜਿਹੜਾ ਆ ਇਸ ਗੱਲ ਲਈ ਸਤਿਕਾਰ ਵੀ ਦਿੰਦਾ। ਔਰ ਮੈਂ ਬੜਾ ਧੰਨਵਾਦੀ ਹਾਂ ਇਸ ਗੱਲ ਦਾ, ਕਿਉਂਕਿ ਅਸੀਂ ਹਮੇਸ਼ਾ ਸਮਾਜ ਦੇ ਹਿੱਤ ਨੂੰ ਅੱਗੇ ਰੱਖ ਕੇ ਸਮਾਜ ਦੇ ਜਿਹੜਾ ਕੋਈ ਵੀ ਗੁੰਮਰਾਹਕੁਨ ਪ੍ਰਚਾਰ ਹੋ ਰਿਹਾ ਉਹਨੂੰ ਅਸੀਂ ਜਿਹੜਾ ਆ ਉਹ ਸਮਾਜ ਦੇ ਵਿੱਚ ਲੈ ਕੇ ਜਾਂਦੇ ਵੀ ਆਹ ਗੱਲ ਜਿਹੜੀ ਗਲਤ ਹੈ ਤੇ ਆਹ ਸਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਵੀ ਆਹ ਜਿੰਨਾ ਵੀ ਇਹ ਜੋ ਵੀ ਕਰ ਰਹੇ ਆ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਉਹ ਕੋਈ ਹੋਰ ABCD ਪਾਰਟੀ ਹੋਵੇ, ਜਿਹੜੀ ਗੱਲ ਗਲਤ ਹੋਏਗੀ ਉਸ ਗਲਤ ਨੂੰ ਲੋਕਾਂ ਦੇ ਵਿੱਚ ਸਾਫ਼ ਕਰ ਦਿਆਂਗੇ ਵੀ ਆਹ ਗਲਤ ਹੈ। ਜਿਹੜੀ ਗੱਲ ਸਹੀ ਹੋਏਗੀ ਸਹੀ ਨੂੰ ਸਹੀ ਕਹਾਂਗੇ। ਇਹੀ ਜਿਹੜਾ ਹੁਣ ਤੱਕ ਕੀਤਾ, ਜਿਹੜੇ ਬਾਕੀ ਵੀ ਸਾਡੇ ਬਹੁਤ ਸਾਰੇ ਸਤਿਕਾਰਯੋਗ ਵੀਰ ਜਿਹੜੇ ਆ ਸਮਾਜ ਦੇ ਬੁੱਧੀਜੀਵੀ ਆ, ਸਮਾਜ ਦੇ ਆਗੂ ਹੈਗੇ ਆ, ਜਿਹੜੇ ਆਪੋ ਆਪਣੇ ਲੈਵਲ ਤੇ ਲੱਗੇ ਹੋਏ ਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਕਿਉਂਕਿ ਸਮਾਜ ਨੂੰ ਅੱਗੇ ਵਧਾਉਣ ਲਈ ਕਿਸੇ ਦਾ ਵੀ ਰੋਲ, ਚਾਹੇ ਕਿਸੇ ਦਾ ਛੋਟਾ ਹੋਵੇ ਚਾਹੇ ਕਿਸੇ ਦਾ ਵੱਡਾ ਹੋਵੇ, ਸਾਡੇ ਲਈ ਸਤਿਕਾਰਯੋਗ ਆ। ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਆਸ ਉਮੀਦ ਵੀ ਕਰਦਾ, ਬੇਨਤੀ ਵੀ ਕਰਦਾ ਕਿ ਉਹ ਵੀ ਜਿਹੜਾ ਆ ਸਮਾਜ ਨੂੰ ਅਵੇਅਰ ਕਰਨ ਦੇ ਵਿੱਚ ਆਪਣੀ ਜਿਹੜੀ ਯੋਗ ਭੂਮਿਕਾ ਨਿਭਾਉਣਗੇ। ਔਰ ਇਸ ਗੱਲ ਦੀ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਤੁਹਾਡੇ ਵਰਗੇ ਨੁਮਾਇੰਦੇ ਕਿਸੇ ਵੀ ਸਮੁਦਾਇ, ਕਿਸੇ ਵੀ ਧਿਰ ਦੇ ਹੋ ਸਕਦੇ ਆ, ਉਹ ਆਪਣੇ ਸਮੁਦਾਇ, ਆਪਣੇ ਸਮਾਜ ਨੂੰ ਅਲੈਦਗੀ ਵੱਲ ਨਹੀਂ ਤੋਰਨਗੇ, ਬਲਕਿ ਸਾਰਿਆਂ ਦੇ ਨਾਲ ਜੁੜਨ ਦੀ ਗੱਲ ਕਰਨਗੇ। ਅਲੈਦਗੀ ਦੀ ਗੱਲ ਨਹੀਂ ਹੋਏਗੀ। ਔਰ ਪੰਜਾਬ ਦੇ ਵਿੱਚ ਜੇ ਮਾਹੌਲ ਇੱਦਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਅਲੈਦਗੀ ਕਿਤੇ ਵੀ ਨਹੀਂ ਨਜ਼ਰ ਆਏਗੀ, ਬਲਕਿ ਇੱਕ ਦੂਜੇ ਨਾਲ ਮੇਲ ਮਿਲਾਪ ਵਾਲਾ ਜਿਹੜਾ ਉਹ ਵਿਵਹਾਰ ਤੇ ਉਹੋ ਜਿਹੀ ਜਿਹੜੀ ਗੱਲ ਜਿਹੜੀ ਹੋਏਗੀ। ਇਹ ਬਿਲਕੁਲ ਤੁਸੀਂ ਗੱਲ ਦਰੁਸਤ ਕੀਤੀ ਔਰ ਚਾਹੀਦੀ ਵੀ ਇਹੀ ਆ। ਜਿਹੜੀ ਫੁੱਟ ਪਾਓ ਰਾਜ ਕਰੋ ਦੀ ਨੀਤੀ ਹੈ ਉਹ ਭਾਰਤੀ ਲੋਕਾਂ ਦੀ ਹੈ ਨਹੀਂ। ਜਿਹੜੇ ਬਾਹਰੋਂ ਆਏ ਲੋਕ ਸੀ, ਚਾਹੇ ਉਹ ਅੰਗਰੇਜ਼ ਸੀ ਤੇ ਚਾਹੇ ਕੋਈ ਹੋਰ ਹੋਣ, ਜਿਹੜੇ ਬਾਹਰੋਂ ਆਏ ਲੋਕ ਆ ਉਹੀ ਕਹਿੰਦੇ। ਉਹਨਾਂ ਦਾ ਨਾਮ ਲੈ ਸਕਦੇ ਆ ਤੁਸੀਂ? ਨਹੀਂ ਕੋਈ ਗੱਲ ਨਹੀਂ ਹੈ। ਜਿਹੜੇ ਲੋਕ ਆ ਉਹਨਾਂ ਨੇ ਇਹੀ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕੋਈ ABCD ਕੋਈ ਹੋਵੇ, ਜਿਹੜੇ ਲੋਕ ਕਹਿੰਦੇ ਆ ਵੀ ਫੁੱਟ ਪਾਓ ਰਾਜ ਕਰੋ ਨਾ, ਉਹ ਨੀਤੀ ਜਿਹੜੀ ਹੈਗੀ ਹੈ ਭਾਰਤੀ ਲੋਕਾਂ ਦੀ ਨਹੀਂ ਹੈਗੀ, ਭਾਰਤੀ ਲੋਕਾਂ ਦੀ ਨਹੀਂ ਹੈਗੀ। ਇਸ ਕਰਕੇ ਤੁਸੀਂ ਮੇਰੀ ਆ ਜਿਹੜੀ ਜਿਸ ਦਿਨ ਅਸੀਂ ਸੋਮ ਪ੍ਰਕਾਸ਼ ਜੀ ਦੇ ਕੋਠੀ ਦੇ ਬਾਹਰ ਬੈਠੇ ਆ ਉਸ ਦਿਨ ਦੀ ਵੀ ਤੁਸੀਂ ਸਪੀਚ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਅਸੀਂ ਜਿਹੜਾ ਇੱਕ ਆ ਔਰ ਅਸੀਂ ਇੱਕ ਹੋ ਕੇ ਹੀ ਸੂਬੇ ਨੂੰ ਤੇ ਦੇਸ਼ ਨੂੰ ਅੱਗੇ ਵਧਾ ਸਕਦੇ ਹਾਂ। ਜੇ ਪਾੜਾ ਪੈ ਗਿਆ ਤਾਂ ਇਹਦੇ ਵਿੱਚ ਨੁਕਸਾਨ ਇਹ ਮਤ ਸੋਚਣਾ ਕਿ ਮੈਂ ਪਾੜਾ ਪਾ ਕੇ ਉਹਦਾ ਨੁਕਸਾਨ ਕਰ ਰਿਹਾ, ਨਹੀਂ, ਉਹ ਮੇਰਾ ਵੀ ਹੋ ਰਿਹਾ ਔਰ ਮੇਰਾ ਵੀ ਹੋਣਾ। ਜੇ ਅਸੀਂ ਇਕਜੁੱਟ ਰਹਾਂਗੇ ਤਾਂ ਜਿਹੜਾ ਹੈਗਾ ਉਹ ਆਪਣੇ ਸਾਰਿਆਂ ਦਾ ਭਲਾ ਹੋਏਗਾ ਔਰ ਉਸੇ ਪਾਸੇ ਨੂੰ ਹੀ ਤੁਰਾਂਗੇ। ਅਸੀਂ ਗੁਰੂ ਸਾਹਿਬ ਦੇ ਉਸ ਸੰਦੇਸ਼ ਨੂੰ ਕਦੀ ਨਹੀਂ ਭੁਲਾਉਂਦੇ। ਅਸੀਂ ਕਦੀ ਵੀ ਉਸ ਸੰਦੇਸ਼ ਨੂੰ ਅੱਖੋਂ ਪਰੋਖੇ ਨਹੀਂ ਕਰਾਂਗੇ ਜਿਹਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ। ਉਹ ਗੱਲ ਜਿਹੜੀ ਹੈਗੀ ਆ, ਉਹ ਗੱਲ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਆ ਜਨ ਜਨ ਤੱਕ ਪਹੁੰਚਾਵਾਂਗੇ। ਔਰ ਸਾਡੇ ਇੱਕ ਬਹੁਤ ਹੀ ਵੱਡੇ ਜਿਹੜੇ ਯੁੱਗ ਪਲਟਾਊ ਨੇਤਾ ਜਿਨ੍ਹਾਂ ਦੇ ਕੋਲ ਮੈਂ ਬੜੀ ਸੰਗਤ ਕੀਤੀ, ਜਿਨ੍ਹਾਂ ਦੇ ਨਾਲ ਮੈਨੂੰ ਮਿਲਣ ਦਾ, ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਲੰਬਾ ਸਮਾਂ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ, ਉਹਨਾਂ ਦੀ ਇੱਕ ਗੱਲ ਜਿਹੜੀ ਹੈਗੀ ਆ ਹਮੇਸ਼ਾ ਮਨ ਦੇ ਵਿੱਚ ਰੱਖੀ ਹੈ। ਜਿਹੜੀ ਗੱਲ ਉਹਨਾਂ ਨੇ ਇੱਕ ਵੱਡਾ ਬੈਨਰ ਲਗਾ ਕੇ ਵੀ ਲਗਾਈ ਸੀ, ਉਹਦੇ ਨਾਂ 'ਤੇ ਉਹਨਾਂ ਨੇ ਕੇਡਰ ਕੈਂਪ ਵੀ ਲਗਾਇਆ ਸੀ ਵੀ ਜਾਤੀ ਤੋੜੋ ਸਮਾਜ ਜੁੜੋ। ਇਹ ਮੈਨੂੰ ਲੱਗਦਾ ਕਿ ਇਹ ਬਹੁਤ ਦਰੁਸਤ ਆ। ਇੱਕ ਆਗੂ ਦੇ ਵਿੱਚ ਇਹ ਗੁਣ ਜ਼ਰੂਰ ਹੋਣਾ ਚਾਹੀਦਾ ਕਿ ਜਿੱਥੇ ਉਹ ਆਪਣੇ ਸਮਾਜ ਨੂੰ ਅੱਗੇ ਵਧਾਵੇ, ਆਪਣੇ ਸਮੁਦਾਇ ਨੂੰ ਅੱਗੇ ਵਧਾਵੇ, ਉੱਥੇ ਜੁੜਾਵ ਵੀ ਪੈਦਾ ਕਰੇ। ਵੱਖਰਤਾ ਕਿਤੇ ਜਿਹੜੀ ਆ ਉਹ ਨਜ਼ਰ ਨਹੀਂ ਆਉਣੀ ਚਾਹੀਦੀ। ਹੋ ਸਕਦਾ ਸਾਡੀ ਇਸ ਗੱਲਬਾਤ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਹੋਣਗੇ, ਬਹੁਤ ਸਾਰੇ ਵਿਸ਼ੇ ਇਦਾਂ ਦੇ ਹੋਣਗੇ, ਨੁਕਤੇ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਅਸੀਂ ਨਹੀਂ ਛੋਹ ਸਕੇ ਹੋਵਾਂਗੇ ਤੇ ਹੋ ਸਕਦਾ ਕਿ ਕੁਝ ਗੱਲਾਂ ਦੇ ਜਵਾਬ ਅਸਪਸ਼ਟ ਵੀ ਹੋਣਗੇ। ਪਰ ਸਾਡੀ ਕੋਸ਼ਿਸ਼ ਸੀ ਕਿ ਜਦੋਂ ਪੰਜਾਬ ਦੇ ਵਿੱਚ ਇਸ ਵੇਲੇ ਉਹ ਪ੍ਰਸਥਿਤੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੈਦਾ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਪੈਦਾ ਹੋ ਸਕਦੀਆਂ ਨੇ, ਤੇ ਉਹਨਾਂ ਦੇ ਬਾਰੇ ਗੱਲਬਾਤ ਜ਼ਰੂਰ ਕੀਤੀ ਜਾਵੇ ਕਿ ਅਸਲ ਦੇ ਵਿੱਚ ਮੂਲ ਜਿਹੜਾ ਹੈ ਜਿਹਦੇ ਉੱਤੇ ਇਹ ਸਿਆਸਤ ਕੀਤੀ ਜਾ ਰਹੀ ਹੈ, ਜਿਸ ਦਲਿਤ ਦਾ ਜ਼ਿਕਰ ਕੀਤਾ ਜਾ ਰਿਹਾ, ਉਸ ਦਲਿਤ ਦਾ ਜਿਹੜਾ ਆਗੂ ਆ ਉਹ ਕਿਸ ਤਰੀਕੇ ਨਾਲ ਸੋਚਦਾ ਪਿਆ, ਦਲਿਤ ਸਮਾਜ ਕਿਸ ਜਗ੍ਹਾ ਤੇ ਇਸ ਵੇਲੇ ਖੜਾ ਨਜ਼ਰ ਆ ਰਿਹਾ ਹੈ, ਉਹਦੇ ਬਾਰੇ ਜਿੰਨੀ ਯਥਾ ਸੰਭਵ ਹੋ ਸਕੇ ਗੱਲਬਾਤ
ਜ਼ਰੂਰ ਕੀਤੀ ਜਾਵੇ। ਨਗਲ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਔਰ ਬੜੇ ਬੇਬਾਕ ਤਰੀਕੇ ਨਾਲ ਗੱਲਾਂ ਹੋਈਆਂ। ਹੋ ਸਕਦਾ ਕਿ ਇਸ ਵਿਸ਼ੇ ਦੇ ਉੱਤੇ ਇੰਨੀ ਕੁ ਗੱਲਬਾਤ ਦੇ ਵਿੱਚ ਸਾਰੀਆਂ ਗੱਲਾਂ ਨਾ ਵੀ ਹੁੰਦੀਆਂ ਹੋਣ, ਬਹੁਤ ਲੰਬੀ ਚੌੜੀ ਗੱਲਬਾਤ ਵੀ ਹੋ ਸਕਦੀ, ਪਰ ਜਿੰਨੀ ਵੀ ਹੋਈ ਆ ਮੈਨੂੰ ਲੱਗਦਾ ਕਿ ਭਾਵਪੂਰਤ ਗੱਲ ਹੋਈ ਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ। ਮੈਂ ਜੀ ਇਹ ਗੱਲ ਜਾਣਦਾ, ਮੈਂ ਹਮੇਸ਼ਾ ਆਪਣੇ ਸਪੀਚਸ ਦੇ ਵਿੱਚ ਇਹ ਗੱਲ ਕਹਿੰਦਾ ਕਿ ਸਾਡੇ ਦੁੱਖਾਂ ਦੀ ਕਹਾਣੀ ਏਡੀ ਲੰਬੀ ਆ, ਜਿਹਦੇ ਲਈ ਘੰਟਾ 2 ਘੰਟੇ ਇੱਕ ਦਿਨ ਇੱਕ ਰਾਤ ਕਾਫੀ ਨਹੀਂ। ਸਾਡੇ ਦੁੱਖਾਂ ਦੀ ਤਾਂ ਕਹਾਣੀ ਬਹੁਤ ਲੰਬੀ ਆ, ਭਾਵੇਂ ਸਾਰੀ ਰਾਤ ਲੱਗੇ ਰਹੀਏ ਤਾਂ ਦੁੱਖਾਂ ਦੀ ਕਹਾਣੀ ਜਿਹੜੀ ਸਾਡੀ ਖਤਮ ਨਹੀਂ ਹੋਣੀ। ਲੇਕਿਨ ਕੋਸ਼ਿਸ਼ ਹੈ ਕਿ ਜਿੰਨਾ ਕੁ ਮੌਕੇ ਦੇ ਉੱਤੇ ਜਿਹੜੇ ਕਰੰਟ ਇਸ਼ੂ ਹੈ ਉਹਦੇ ਉੱਤੇ ਲੋਕਾਂ ਨੂੰ ਅਵੇਅਰ ਕਰ ਸਕੀਏ, ਉਹਦਾ ਭਲਾ ਹੋ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਸ ਦੇ ਨਾਲ ਹੀ ਜਸਵੀਰ ਨੂੰ ਵੀ ਇਜਾਜ਼ਤ ਦਿਓ ਤੇ ਨਾਲ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।